ਸਤਿਕਾਰਯੋਗ ਗੁਰੂ ਰੂਪ ਗੁਰੂ ਦੀ ਪਿਆਰੀ ਸਾਧ ਸੰਗਤ ਜੀ, ਜੈ ਲਖ ਦਾਤਾ ਪੀਰ ਦੀ, ਮੌਜ ਫਕੀਰ ਦੀ। ਆਪਣੀ ਡਿਊਟੀ ਸਮਝ ਕੇ ਰੋਜ਼ ਭਜਨ ਸਿਮਰਨ ਦਾ ਅਭਿਆਸ ਕਰਦੇ ਰਿਹਾ ਕਰੋ। ਤੁਹਾਡੇ ਦੁੱਖਾਂ ਦੀ ਦਵਾਈ ਸਿਮਰਨ ਹੈ। ਇਸ ਲਈ ਚੱਲਦੇ ਫਿਰਦੇ, ਉੱਠਦੇ ਬਹਿੰਦੇ, ਸੌਂਦੇ ਜਾਗਦੇ, ਨਹਾਉਂਦੇ ਧੋਂਦੇ ਹਰ ਟਾਈਮ ਸਿਮਰਨ ਕਰਦੇ ਰਿਹਾ ਕਰੋ। ਸਵਾਸ ਸਵਾਸ ਸਿਮਰਨ ਕਰਦੇ ਰਿਹਾ ਕਰੋ। ਹੱਥ ਕਾਰਵਾ ਰੱਖਿਆ ਕਰੋ, ਦਿਲ ਕਰਤਾਰਵਾ ਰੱਖਿਆ ਕਰੋ। ਸੋ ਜਿਹੜਾ ਸੰਤਾਂ ਮਹਾਂਪੁਰਸ਼ਾਂ ਦਾ ਮਾਰਗ ਆ, ਫਕਰਾਂ ਫਕੀਰਾਂ ਦਾ ਜਿਹੜਾ ਮਾਰਗ ਆ, ਗੁਰੂਆਂ ਦਾ ਜਿਹੜਾ ਮਾਰਗ ਆ, ਇਹ ਸ਼ਾਂਤੀ ਦਾ ਮਾਰਗ ਆ। ਕਿਉਂਕਿ ਸੰਤ ਮਹਾਂਪੁਰਸ਼ ਆਪ ਹਮੇਸ਼ਾ ਸ਼ਾਂਤੀ 'ਚ ਰਹਿੰਦੇ ਨੇ, ਨਾਮ ਦੀ ਕਮਾਈ ਕਰਦੇ ਨੇ, ਪ੍ਰਭੂ ਨਾਲ ਹਰ ਵੇਲੇ ਜੁੜੇ ਰਹਿੰਦੇ ਨੇ। ਉਹਨਾਂ ਦੇ ਅੰਦਰ ਸ਼ਾਂਤੀ ਅਤੇ ਉਹਨਾਂ ਨੂੰ ਬਾਹਰ ਵੀ ਸ਼ਾਂਤੀ ਮਿਲਦੀ ਆ। ਜਿਸ ਤਰ੍ਹਾਂ ਅਸੀਂ ਕੋਈ ਇੱਤਰ ਵੇਚਣ ਵਾਲਾ ਹੁੰਦਾ, ਉਹ ਇੱਤਰ ਵੇਚਦਾ ਹੁੰਦਾ, ਜਦੋਂ ਉਹਦੇ ਕੋਲ ਜਾਈਏ, ਜੇ ਆਪਾਂ ਇੱਤਰ ਨਹੀਂ ਵੀ ਲੈਂਦੇ ਤਾਂ ਵੀ ਸਾਨੂੰ ਉਹ ਇੱਤਰ ਦੀ ਖੁਸ਼ਬੂ ਆ ਜਾਂਦੀ ਆ। ਇਸੇ ਤਰ੍ਹਾਂ ਜਿਹੜੇ ਸੰਤ ਮਹਾਂਪੁਰਸ਼ ਹੁੰਦੇ ਆ, ਇਹ ਸ਼ਾਂਤ ਰਹਿੰਦੇ ਆ ਔਰ ਇਹਨਾਂ ਦਾ ਸਫ਼ਰ ਸ਼ਾਂਤੀ ਦਾ ਮਾਰਗ ਆ, ਸ਼ਾਂਤੀ ਦਾ ਰਾਸਤਾ ਆ। ਇਹਦੇ ਵਿੱਚ ਕੋਈ ਲੜਾਈ ਨਹੀਂ, ਕੋਈ ਝਗੜਾ ਨਹੀਂ ਹੈਗਾ, ਕੋਈ ਛਲ ਨਹੀਂ, ਕੋਈ ਕਪਟ ਨਹੀਂ ਹੈਗਾ। ਇਹ ਆਪਣੀ ਆਪਣੀ ਮਿਹਨਤ ਦਾ ਰੰਗ ਆ। ਜਿੰਨੀ ਅਸੀਂ ਮਿਹਨਤ ਕਰਾਂਗੇ ਸਾਨੂੰ ਉਹ ਜਿਹਾ ਫਲ ਮਿਲੇਗਾ। ਜਿੰਨਾ ਅਸੀਂ ਗੁੜ ਪਾਵਾਂਗੇ ਉਨਾ ਮਿੱਠਾ ਹੋਵੇਗਾ। ਔਰ ਸੰਤਾਂ ਮਹਾਂਪੁਰਸ਼ਾਂ ਦਾ, ਫਕੀਰਾਂ ਦਾ, ਗੁਰੂਆਂ ਦਾ ਜਿਹੜਾ ਮਾਰਗ ਆ, ਇਹ ਕਥਨੀ ਦਾ ਨਹੀਂ, ਇਹ ਕਰਨੀ ਦਾ ਮਾਰਗ ਆ। ਕਿਉਂਕਿ ਕਰਕੇ ਹੀ ਪਤਾ ਲੱਗਦਾ ਆ। ਪਰ ਅਸੀਂ ਲੋਕ ਸੰਤਾਂ ਮਹਾਂਪੁਰਸ਼ਾਂ ਦਾ, ਫਕੀਰਾਂ ਦਾ, ਗੁਰੂਆਂ ਦਾ ਕਹਿਣਾ ਨਹੀਂ ਮੰਨਦੇ। ਔਰ ਸੰਸਾਰ ਵਿੱਚ ਐਡੇ ਵੱਡੇ ਸੰਤ ਮਹਾਂਪੁਰਸ਼ ਆਏ, ਜਦ ਇਹ ਸ੍ਰਿਸ਼ਟੀ ਬਣੀ ਆ, ਜਦ ਇਹ ਸੰਸਾਰ ਬਣਿਆ, ਕਿੰਨੇ ਵੱਡੇ ਵੱਡੇ ਗੁਰੂ ਮਹਾਰਾਜ ਆਏ ਨੇ, ਫਕੀਰ ਆਏ ਨੇ, ਹੈ ਨਾ। ਗੁਰੂ ਰਵਿਦਾਸ ਮਹਾਰਾਜ ਜੀ, ਕਬੀਰ ਸਾਹਿਬ, ਬਾਬਾ ਨਾਮਦੇਵ ਜੀ, ਗੁਰੂ ਨਾਨਕ ਦੇਵ ਜੀ, ਦਸੇ ਪਾਤਸ਼ਾਹੀਆਂ, ਬਾਬਾ ਫਰੀਦ ਜੀ। ਇਸ ਤਰ੍ਹਾਂ ਦੇ ਬਹੁਤ ਹੀ ਅਨੇਕ ਨੇ ਜਿਹੜੇ ਮਹਾਂਪੁਰਸ਼ ਸੰਸਾਰ ਵਿੱਚ ਆਏ, ਜਿਨ੍ਹਾਂ ਨੇ ਸਿਰਫ ਸਾਨੂੰ ਇੱਕ ਨਾਮ ਦਾ ਹੋਕਾ ਦਿੱਤਾ ਕਿ ਸਿਮਰਨ ਕਰੋ, ਬੰਦਗੀ ਕਰੋ, ਭਗਤੀ ਕਰੋ। ਇਹ ਜੀਵਨ ਦਾ ਪਹਿਲਾ ਮਕਸਦ ਆ, ਬੰਦਗੀ ਕਰਨਾ, ਭਗਤੀ ਕਰਨਾ, ਸਿਮਰਨ ਕਰਨਾ। ਉਹ ਦੂਸਰਾ ਉਹਨਾਂ ਨੇ ਪ੍ਰੇਮ ਦੀ ਗੱਲ ਕੀਤੀ ਆ, ਹੈ ਨਾ, ਕਿ ਸਭ ਨਾਲ ਪ੍ਰੇਮ ਕਰੋ, ਸਾਰਿਆਂ ਦਾ ਸਤਿਕਾਰ ਕਰੋ, ਇੱਕ ਦੂਜੇ ਦੀ ਇੱਜ਼ਤ ਕਰੋ, ਹੈ ਨਾ। ਉਹਨੇ ਨਫ਼ਰਤ ਦੀ ਕੋਈ ਗੱਲ ਹੀ ਨਹੀਂ ਕੀਤੀ, ਕੋਈ ਲੜਾਈ ਝਗੜੇ ਦੀ ਕੋਈ ਗੱਲ ਹੀ ਨਹੀਂ ਕੀਤੀ। ਹਮੇਸ਼ਾ ਗੁਰੂਆਂ ਨੇ ਸਾਨੂੰ, ਹੈ ਨਾ, ਸ਼ਾਂਤੀ ਦਾ ਮਾਰਗ ਦਿਖਾਇਆ, ਸ਼ਾਂਤੀ ਦਾ ਰਸਤਾ ਦਿਖਾਇਆ। ਔਰ ਫਿਰ ਵੀ ਅਸੀਂ ਉਹਨਾਂ ਗੁਰੂਆਂ ਦੀ, ਉਹਨਾਂ ਮਹਾਂਪੁਰਸ਼ਾਂ ਦਾ ਅਸੀਂ ਕਹਿਣਾ ਨਹੀਂ ਮੰਨਿਆ। ਸੋ ਅੱਜ ਸੰਸਾਰ 'ਚ ਜਿੰਨੇ ਵੀ ਲੜਾਈ ਝਗੜੇ ਹੋ ਰਹੇ ਨੇ, ਦੰਗੇ ਫਸਾਦ ਹੁੰਦੇ ਨੇ, ਧਰਮਾਂ ਦੀ ਲੜਾਈਆਂ ਹੁੰਦੀਆਂ ਪਈਆਂ, ਇਹ ਸਾਰੀ ਅਗਿਆਨਤਾ ਦੇ ਕਾਰਨ ਆ, ਮੂਰਖਤਾ ਦੀ ਨਿਸ਼ਾਨੀ ਆ ਇਹ, ਹੈ ਨਾ। ਅਸੀਂ ਐਡੇ ਵੱਡੇ ਮਹਾਂਪੁਰਸ਼ਾਂ ਦਾ ਸੰਗ ਕਰਕੇ, ਇੰਨੇ ਵੱਡੇ ਅਨਮੋਲ ਉਹਨਾਂ ਦੇ ਬਚਨ ਸੁਣ ਕੇ ਵੀ ਅਸੀਂ ਆਪਣੇ ਜੀਵਨ ਨੂੰ ਨਹੀਂ ਬਦਲਿਆ। ਕਿਉਂਕਿ ਅਸੀਂ ਬੰਦਗੀ ਕਰਨਾ ਚਾਹੁੰਦੇ ਹੀ ਨਹੀਂ ਹੈਗੇ, ਸਿਮਰਨ ਕਰਨਾ ਚਾਹੁੰਦੇ ਹੀ ਨਹੀਂ ਹੈਗੇ। ਇਸ ਕਰਕੇ ਸਾਨੂੰ ਸਿਮਰਨ ਕਰਨਾ ਔਖਾ ਲੱਗਦਾ ਆ, ਬੰਦਗੀ ਕਰਨੀ ਔਖੀ ਲੱਗਦੀ ਆ, ਹੈ ਨਾ। ਜਿਸ ਤਰ੍ਹਾਂ ਲੋਕ ਅੱਜ ਕੱਲ੍ਹ ਲੋਕ ਸੰਤਾਂ ਮਹਾਂਪੁਰਸ਼ਾਂ ਦੀ, ਫਕਰਾਂ ਫਕੀਰਾਂ ਦੀ, ਗੁਰੂ ਮਹਾਰਾਜ ਬਹੁਤ ਨਿੰਦਿਆ ਕਰਦੇ ਆ, ਹੈ ਨਾ। ਨਿੰਦਿਆ ਕੌਣ ਲੋਕ ਕਰਦੇ ਆ? ਜਿਹੜੇ ਅਗਿਆਨੀ ਲੋਕ ਆ, ਜਿਨ੍ਹਾਂ ਨੂੰ ਗਿਆਨ ਨਹੀਂ ਹੈਗਾ, ਜਿਨ੍ਹਾਂ ਨੂੰ ਪਰਮਾਤਮਾ ਬਾਰੇ ਪਤਾ ਹੀ ਨਹੀਂ ਹੈਗਾ, ਆਪਣੇ ਜੀਵਨ ਬਾਰੇ ਪਤਾ ਨਹੀਂ ਹੈਗਾ ਕਿ ਅਸੀਂ ਕਰ ਕੀ ਰਹੇ ਹਾਂ, ਆਏ ਕਿੱਥੋਂ ਆ, ਕਰ ਕੀ ਰਹੇ ਹਾਂ ਅਤੇ ਕਰਨਾ ਕੀ ਆ, ਹੈ ਨਾ, ਕਿੱਥੇ ਜਾਣਾ ਆ, ਹੈ ਨਾ, ਇਹਦੇ ਬਾਰੇ ਕਿਸੇ ਨੂੰ ਪਤਾ ਨਹੀਂ ਹੈਗਾ। ਉਹ ਲੋਕ ਇਹ ਜਿਹੇ
ਨਿੰਦਿਆ ਚੁਗਲੀ ਹਮੇਸ਼ਾ ਕਰਦੇ ਰਹਿੰਦੇ ਆ, ਲੋਕਾਂ ਨੂੰ ਈਰਖਾ ਭਾਵਨਾ ਨਾਲ ਦੇਖਦੇ ਰਹਿੰਦੇ ਆ, ਹੈ ਨਾ। ਜਿਸ ਤਰ੍ਹਾਂ ਇੱਕ ਲੂੰਬੜੀ ਆ, ਹੈ ਨਾ, ਆਪਾਂ ਬਚਪਨ ਦੇ ਵਿੱਚ ਕਹਾਣੀ ਪੜ੍ਹਦੇ ਹੁੰਦੇ ਸੀ, ਹੈ ਨਾ, ਅਤੇ ਉਹ ਲੂੰਬੜੀ ਅੰਗੂਰਾਂ 'ਤੇ ਛਲਾਂਗ ਮਾਰਦੀ ਆ, ਅੰਗੂਰ ਬੜੇ ਉੱਚੇ ਲੱਗੇ ਹੋਏ ਸੀ, ਅਤੇ ਲੂੰਬੜੀ ਬਾਰ-ਬਾਰ ਛਲਾਂਗਾ ਮਾਰਦੀ ਆ ਅਤੇ ਉਹ ਅੰਗੂਰਾਂ ਤੱਕ ਨਹੀਂ ਪਹੁੰਚ ਪਾਉਂਦੀ, ਅਤੇ ਹਾਰ ਕੇ ਉਹ ਉਦਾਸ ਹੋ ਕੇ, ਨਿਰਾਸ਼ ਹੋ ਕੇ ਵਾਪਸ ਮੁੜਨ ਲੱਗਦੀ, ਅਤੇ ਉਹਨੂੰ ਪੁੱਛਦੇ ਆ ਕਿ ਹਾਂ ਭਾਈ ਤੂੰ ਅੰਗੂਰ ਖਾਧੇ ਨਹੀਂ ਹੈਗੇ? ਕਹਿੰਦੀ ਨਹੀਂ, ਅੰਗੂਰ ਖੱਟੇ ਸੀ, ਹੈ ਨਾ, ਕਿਉਂਕਿ ਅੰਗੂਰ ਖੱਟੇ ਤਾਂ ਲੱਗੇ ਕਿਉਂਕਿ ਉਹ ਅੰਗੂਰਾਂ ਤੱਕ ਪਹੁੰਚ ਨਹੀਂ ਸਕੀ, ਬਹੁਤ ਕੋਸ਼ਿਸ਼ ਕੀਤੀ ਪਰ ਪਹੁੰਚ ਹੀ ਨਹੀਂ ਸਕੀ, ਹੈ ਨਾ, ਅਤੇ ਉਹਨੂੰ ਅੰਗੂਰ ਖੱਟੇ ਨਜ਼ਰ ਆ ਗਏ, ਅਤੇ ਇਸ ਕਰਕੇ ਉਹ ਹੋਕਾ ਦੇਣ ਲੱਗ ਗਈ, ਲੋਕਾਂ ਨੂੰ ਕਹਿਣ ਲੱਗੀ ਅੰਗੂਰ ਖੱਟੇ ਆ, ਹੈ ਨਾ। ਸੋ ਇਸੇ ਤਰ੍ਹਾਂ ਸਾਨੂੰ ਪਰਮਾਤਮਾ ਦੀ ਅਸੀਂ ਬੰਦਗੀ ਨਹੀਂ ਕਰਦੇ, ਭਗਤੀ ਨਹੀਂ ਕਰਦੇ, ਰੋਜ਼ ਅਭਿਆਸ ਨਹੀਂ ਕਰਦੇ, ਸਾਨੂੰ ਪਰਮਾਤਮਾ ਬਾਰੇ ਕਿੱਦਾਂ ਪਤਾ ਲੱਗੇਗਾ, ਹੈ ਨਾ। ਸਾਨੂੰ ਪਰਮਾਤਮਾ ਬਾਰੇ ਪਤਾ ਨਹੀਂ ਲੱਗਦਾ ਪਿਆ, ਆਪਣੇ ਅੰਦਰ ਖੋਜ ਨਹੀਂ ਕੀਤੀ, ਆਪਣੇ ਸਰੀਰ ਦੀ ਖੋਜ ਨਹੀਂ ਕੀਤੀ, ਸੱਚ ਦਾ ਪਤਾ ਨਹੀਂ ਲੱਗਿਆ, ਇਸ ਕਰਕੇ ਅਸੀਂ ਅਸੀਂ ਉਦ ਤੱਕ ਪਹੁੰਚਦੇ ਨਹੀਂ ਹੈਗੇ ਪਰਮਾਤਮਾ ਤੱਕ, ਹੈ ਨਾ, ਉਸ ਅੱਲਾ ਵਾਹਿਗੁਰੂ ਤੱਕ ਅਸੀਂ ਪਹੁੰਚਦੇ ਨਹੀਂ ਪਏ। ਪਰ ਅਸੀਂ ਸਾਹਮਣੇ ਜਿਹੜੇ ਸੰਤ ਮਹਾਂਪੁਰਸ਼ ਹੁੰਦੇ ਨੇ, ਫਕੀਰ ਹੁੰਦੇ, ਗੁਰੂ, ਅਸੀਂ ਉਹਨਾਂ ਦੀ ਨਿੰਦਿਆ ਕਰੀ ਜਾਂਦੇ ਹਾਂ। ਕਿਉਂ? ਕਿਉਂਕਿ ਅਸੀਂ ਉਸ ਤੱਕ ਪਹੁੰਚਦੇ ਨਹੀਂ, ਅਸੀਂ ਮਿਹਨਤ ਨਹੀਂ ਕਰਦੇ, ਸਿਮਰਨ ਨਹੀਂ ਕਰਦੇ, ਬੰਦਗੀ ਨਹੀਂ ਕਰਦੇ, ਅਤੇ ਸੋ ਇਹਨਾਂ ਮਨਮੁੱਖਾਂ ਦਾ, ਇਹਨਾਂ ਅਗਿਆਨੀ ਲੋਕਾਂ ਦਾ ਹਾਲ ਲੂੰਬੜੀ ਦੀ ਤਰ੍ਹਾਂ ਆ, ਹੈ ਨਾ। ਅਤੇ ਸੋ ਮੇਰੀ ਇਹੀ ਆਪਦੇ ਚਰਨਾਂ 'ਚ ਬੇਨਤੀ ਆ ਕਿ ਗੁਰੂਆਂ ਦਾ ਕਹਿਣਾ ਮੰਨੋ, ਹੈ ਨਾ, ਸੰਤਾਂ ਮਹਾਂਪੁਰਸ਼ਾਂ ਦਾ ਕਹਿਣਾ ਮੰਨੋ। ਉਹ ਤੁਹਾਡੇ ਕੋਈ ਚੀਜ਼ ਨਹੀਂ ਮੰਗਦੇ, ਹੈ ਨਾ, ਕੋਈ ਸਮਾਨ ਨਹੀਂ ਮੰਗਦੇ, ਹੈ ਨਾ, ਉਹ ਸਿਰਫ ਇੱਕੋ ਤੁਹਾਨੂੰ ਕਹਿੰਦੇ ਕਿ ਬੇਟੇ ਨਾਮ ਜਪੋ, ਬੰਦਗੀ ਕਰੋ, ਸਿਮਰਨ ਕਰੋ, ਹੈ ਨਾ, ਦੂਸਰਾ ਕੋਈ ਕੰਮ ਉਹ ਕਹਿੰਦੇ ਨਹੀਂ ਹੈਗੇ, ਹੈ ਨਾ। ਪਰ ਫਿਰ ਵੀ ਅਸੀਂ ਉਹਨਾਂ ਲੋਕਾਂ ਦਾ ਕੋਈ ਕਹਿਣਾ ਨਹੀਂ ਮੰਨਦੇ ਪਏ, ਔਰ ਗੁਰੂ ਨੂੰ, ਸੰਤਾਂ ਮਹਾਂਪੁਰਸ਼ਾਂ ਨੂੰ, ਫਕੀਰਾਂ, ਗੁਰੂਆਂ ਤੁਹਾਡੇ ਤੋਂ ਕੀ ਲਾਲਚ ਆ, ਹੈ ਨਾ। ਉਹ ਤੁਹਾਡੇ ਤੋਂ ਸਿਰਫ ਇੱਕ ਭਗਤੀ ਦੀ ਉਮੀਦ ਕਰਦੇ ਆ, ਸਿਮਰਨ ਦੀ ਉਮੀਦ ਰੱਖਦੇ ਆ, ਹੈ ਨਾ, ਦੂਸਰੀ ਕੋਈ ਤੁਹਾਡੇ ਤੋਂ ਉਮੀਦ ਹੀ ਨਹੀਂ ਰੱਖਦੇ, ਨਾ ਉਹਨੂੰ ਤੁਹਾਡੇ ਤੋਂ ਕੋਈ ਲਾਲਚ ਆ। ਫਿਰ ਵੀ ਉਹ ਆਪਣਾ ਕੀਮਤੀ ਸਮਾਂ ਤੁਹਾਨੂੰ ਦਿੰਦੇ ਆ, ਹੈ ਨਾ। ਜਦੋਂ ਤੁਸੀਂ ਯਾਦ ਕਰਦੇ ਹੋ ਉਹ ਤਾਂ ਹਾਜ਼ਰ ਹੁੰਦੇ ਆ, ਜਦੋਂ ਤੁਹਾਨੂੰ ਸਵਾਲ ਦਾ ਕੋਈ ਜਵਾਬ, ਉਹ ਤੁਹਾਨੂੰ ਜਵਾਬ ਦਿੰਦੇ ਆ, ਹੈ ਨਾ। ਫਿਰ ਵੀ ਤੁਸੀਂ ਉਹਨਾਂ ਗੁਰੂਆਂ ਦਾ ਕਹਿਣਾ ਨਹੀਂ ਮੰਨਦੇ, ਸੰਤਾਂ ਮਹਾਂਪੁਰਸ਼ਾਂ, ਫਕੀਰਾਂ ਦਾ ਕਹਿਣਾ ਨਹੀਂ ਮੰਨਦੇ ਪਏ, ਹੈ ਨਾ। ਇਹ ਜਿਹੜਾ ਸੰਤਾਂ ਮਹਾਂਪੁਰਸ਼ਾਂ ਦਾ ਰਸਤਾ ਹੈ ਨਾ, ਇਹ ਕਥਨੀ ਦਾ ਨਹੀਂ, ਕਰਨੀ ਦਾ ਮਾਰਗ ਆ। ਕਰੋ, ਕਰਕੇ ਦੇਖੋ, ਪ੍ਰੈਕਟੀਕਲ ਕਰਕੇ ਦੇਖੋ, ਹੈ ਨਾ। ਗੁਰੂ ਤੋਂ ਨਾਮ ਸ਼ਬਦ ਲਓ, ਨਾਮ ਸ਼ਬਦ ਲੈ ਕੇ ਉਹਦਾ ਰੋਜ਼ ਅਭਿਆਸ ਕਰੋ, ਆਪਣੇ ਅੰਦਰ ਦੀ ਯਾਤਰਾ ਤੈਅ ਕਰੋ, ਹੈ ਨਾ। ਬਾਹਰੋਂ ਧਿਆਨ ਹਟਾ ਕੇ ਆਪਣੇ ਅੰਦਰ ਵੀ ਧਿਆਨ ਲਾਉਣ ਦੀ ਕੋਸ਼ਿਸ਼ ਕਰੋ, ਰੋਜ਼ ਹੌਲੀ ਹੌਲੀ ਅਭਿਆਸ ਕਰੋ, ਹੈ ਨਾ, ਹੌਲੀ ਹੌਲੀ ਅਭਿਆਸ ਕਰੋ ਰੋਜ਼, ਹੈ ਨਾ। ਸਵੇਰੇ 2 ਘੰਟੇ ਲਾਓ, ਸ਼ਾਮ ਨੂੰ 2 ਘੰਟੇ ਲਾਓ, ਹੈ ਨਾ। ਇੱਕ ਨਾ ਇੱਕ ਅਸੀਂ ਮੰਜ਼ਿਲ 'ਤੇ ਜ਼ਰੂਰ ਪਹੁੰਚਾਂਗੇ, ਜੇ ਬੈਠਾਂਗੇ ਤਾਂ, ਨਹੀਂ ਤਾਂ ਲੂੰਬੜੀ ਵਾਲਾ ਹਾਲ ਹੋਣਾ, ਹੈ ਨਾ। ਆਪ ਪਹੁੰਚੇ ਨਹੀਂ ਅਤੇ ਅਸੀਂ ਬਦਨਾਮ ਦੂਜੇ ਨੂੰ ਕਰੀ ਜਾਣਾ। ਸੋ ਪ੍ਰੈਕਟੀਕਲ ਕਰਕੇ ਦੇਖੋ, ਆਪਣੇ ਜੀਵਨ ਨੂੰ ਢਾਲਣ ਦੀ ਕੋਸ਼ਿਸ਼ ਕਰੋ ਕਿ ਕੌਣ ਕਹਿ ਕੀ ਰਿਹਾ। ਸਾਰੇ ਦੁੱਖਾਂ ਦੀ ਦਵਾਈ ਸਿਮਰਨ। ਤੁਹਾਨੂੰ ਗੁਰੂ ਇਹ ਨਹੀਂ ਕਹਿੰਦਾ ਕਿ ਵੀਰਵਾਰ ਨੂੰ ਉੱਥੇ ਜਾਓ, ਮੰਗਲਵਾਰ ਉੱਥੇ ਜਾਓ, ਸ਼ਨੀਵਾਰ ਨੂੰ ਉੱਥੇ ਜਾਓ, ਹੈ ਨਾ, ਉੱਥੇ ਇਹ ਚੜਾਓ, ਜਾਂ ਨੀਲੇ ਪੀਲੇ ਮੋਤੀ ਪਾਓ, ਹੈ ਨਾ, ਮੁੰਦਰੀਆਂ ਪਾਓ, ਹੈ ਨਾ, ਇਹ ਨਗ ਪਾਓ, ਇਹ ਤਵੀਤ ਇੱਥੇ ਬੰਨੋ ਜਾਂ ਉੱਥੇ ਬੰਨੋ। ਇਹ ਗੁਰੂ ਮਹਾਰਾਜ ਕੁਛ ਕਹਿੰਦੇ ਹੀ ਨਹੀਂ ਹੈਗੇ। ਗੁਰੂ ਇਹ ਵੀ ਕਹਿੰਦਾ ਕਿ ਮੇਰੇ ਕੋਲ ਵੀ ਆਉਣ ਦੀ ਜ਼ਰੂਰਤ ਨਹੀਂ ਹੈਗੀ, ਬਸ ਆਪਣੇ ਘਰ 'ਚ ਬੈਠ ਕੇ, ਹੈ ਨਾ, ਪਰਿਵਾਰ 'ਚ ਬੈਠ ਕੇ, ਹੈ ਨਾ, ਅੰਮ੍ਰਿਤ ਵੇਲੇ ਸੰਭਾਲ ਕਰੋ, ਅੰਮ੍ਰਿਤ ਵੇਲੇ ਉੱਠ ਕੇ ਸਿਮਰਨ ਦਾ ਅਭਿਆਸ ਕਰੋ, ਜੋ ਤੁਹਾਨੂੰ ਨਾਮ ਸ਼ਬਦ ਦਿੱਤਾ ਉਹਦਾ ਅਭਿਆਸ ਕਰੋ, ਹੈ ਨਾ। ਤਾਂ ਹੀ ਤੁਹਾਨੂੰ ਪਤਾ ਲੱਗੇ ਉਹ ਨਾਮ ਦੇ ਵਿੱਚ ਤਾਕਤ ਕੀ ਆ। ਇਹ ਸ਼ਬਦ ਨਾਲ ਹੀ ਸਾਰਾ ਸੰਸਾਰ ਬਣਿਆ, ਸ਼ਬਦ ਨਾਲ ਸਾਰੀ ਸ੍ਰਿਸ਼ਟੀ ਬਣੀ ਆ। ਇਹ ਅੱਖਰ ਨਹੀਂ ਹੈਗੇ ਕੋਈ, ਨਾਮ ਇੱਕ ਤਾਕਤ ਆ, ਇੱਕ ਸ਼ਕਤੀ ਆ। ਜੋ ਤੁਸੀਂ ਰੋਜ਼ ਅਭਿਆਸ ਕਰੋਗੇ ਤੁਹਾਡੇ ਅੰਦਰ ਸ਼ਕਤੀਆਂ ਜਾਗੂਗੀਆਂ, ਤੁਹਾਨੂੰ ਆਨੰਦ ਆਵੇਗਾ, ਅੰਦਰ ਉਸ ਪਰਮਾਤਮਾ ਨੂੰ, ਖੁਦਾ ਨੂੰ ਤੁਸੀਂ ਦੇਖ ਸਕਦੇ ਹੋ, ਉਸ ਪਰਮਾਤਮਾ ਦੇ ਦਰਸ਼ਨ ਦੀਦਾਰ ਕਰ ਸਕਦੇ ਹੋ, ਉਹਦਾ ਆਨੰਦ ਲੈ ਸਕਦੇ ਹੋ, ਉਹਨੂੰ ਮਹਿਸੂਸ ਕਰ ਸਕਦੇ ਹੋ। ਪਰ ਸ਼ੁਰੂਆਤ ਤੁਹਾਨੂੰ ਆਪਣੇ ਆਪ ਤੋਂ ਕਰਨੀ ਪੈਣੀ ਆ। ਜੋ ਤੁਸੀਂ ਗੁਰੂਆਂ ਕੋਲ ਜਾਂਦੇ ਆ, ਸੰਤਾਂ ਮਹਾਂਪੁਰਸ਼ਾਂ ਕੋਲ ਜਾਂਦੇ ਆ, ਤਾਂ ਉਹਨਾਂ ਕੋਲ ਨਾਮ ਦੀ ਯੁਕਤੀ ਲੈ ਕੇ ਉਹਦਾ ਅਭਿਆਸ ਕਰਿਆ ਕਰੋ। ਜੇ ਤੁਸੀਂ ਹਿੰਦੂ ਆ ਅਤੇ, ਹੈ ਨਾ, ਅਤੇ ਹਿੰਦੂ ਰਹੋ, ਮੁਸਲਮਾਨ ਅਤੇ ਮੁਸਲਮਾਨ ਰਹੋ, ਸਿੱਖ ਆ ਸਿੱਖ ਰਹੋ, ਈਸਾਈ ਆ ਈਸਾਈ ਰਹੋ, ਪਰਮਾਤਮਾ ਨੂੰ ਪਾਉਣ ਦੇ ਲਈ ਧਰਮ ਬਦਲਣ ਦੀ ਲੋੜ ਨਹੀਂ ਹੈਗੀ ਸਾਨੂੰ, ਕਿਉਂਕਿ ਇਹ ਧਰਮ ਤਾਂ ਅਸੀਂ ਲੋਕਾਂ ਨੇ ਬਣਾਏ ਆ। ਪਰਮਾਤਮਾ ਦਾ ਕਿਹੜਾ ਹੀ ਧਰਮ ਆ, ਪਰਮਾਤਮਾ ਦੀ ਕਿਹੜੀ ਜਾਤ ਆ। ਜਦ ਉਹ ਪਰਮਾਤਮਾ ਦਾ ਕੋਈ ਧਰਮ ਨਹੀਂ ਹੈਗਾ, ਸਾਡਾ ਕੀ ਧਰਮ ਹੋਵੇਗਾ। ਜਦ ਉਹ ਪਰਮਾਤਮਾ ਦੀ ਕੋਈ ਜਾਤ ਨਹੀਂ ਹੈਗੀ, ਸਾਡੀ ਕੀ ਜਾਤ ਹੋਵੇਗੀ। ਪਰ ਫਿਰ ਵੀ ਅਸੀਂ ਉੱਥੇ ਹੀ ਅਗਿਆਨਤਾ ਦੇ ਵਿੱਚ ਫਸੇ ਹੋਏ ਹਾਂ। ਤਾਂ ਹੀ ਹਰ ਪਾਸੇ ਦੀ ਲੜਾਈ ਝਗੜਾ, ਹਾਏ ਹਾਏ ਹੋ ਰਹੀ ਪਈ ਆ, ਹੈ ਨਾ, ਹਾਏ ਮਰ ਗਏ, ਹਾਏ ਮਰ ਗਈ ਹੋ ਰਹੀ ਆ, ਹੈ ਨਾ। ਹਰ ਕੋਈ ਇੱਕ ਦੂਜੇ ਦੀ ਜੇਬ ਕੱਟਣ 'ਤੇ ਲੱਗਿਆ, ਇੱਕ ਦੂਜੇ ਨਾਲ ਬੇਈਮਾਨੀ ਕਰਨ 'ਤੇ ਲੱਗਿਆ, ਇੱਕ ਦੂਜੇ ਨੀਚੇ ਗਿਰਾਉਣ 'ਤੇ ਲੱਗਿਆ। ਇਸ ਇੱਕ ਅਗਿਆਨਤਾ ਦੇ ਕਾਰਨ। ਤੁਸੀਂ ਗੁਰੂ ਤੋਂ ਨਾਮ ਸ਼ਬਦ ਲੈ ਕੇ ਉਹਦਾ ਅਭਿਆਸ ਕਰੋ, ਸਿਮਰਨ ਕਰਕੇ ਤਾਂ ਦੇਖੋ, ਆਪ ਪ੍ਰੈਕਟੀਕਲ ਕਰੋ, ਖੁਦ ਆਪ ਇਸ ਸਫਰ 'ਤੇ ਚੱਲ ਕੇ ਦੇਖੋ, ਫਿਰ ਤੁਹਾਨੂੰ ਸੱਚ ਦਾ ਪਤਾ ਲੱਗੇਗਾ।
ਤੁਸੀਂ ਅਭਿਆਸ ਕਰਦੇ ਨਹੀਂ, ਬੰਦਗੀ ਕਰਦੇ ਨਹੀਂ, ਭਗਤੀ ਕਰਦੇ ਨਹੀਂ, ਐਵੇਂ ਇੱਕ ਦੂਜੇ ਦੀ ਨਿੰਦਿਆ ਹੀ ਕਰੀ ਜਾ ਰਹੇ ਆ, ਇੱਕ ਦੂਜੇ ਨੂੰ ਮਾੜਾ ਚੰਗਾ ਹੀ ਬੋਲੀ ਜਾ ਰਹੇ। ਜਦ ਗੁਰੂ ਮਹਾਰਾਜ ਤੁਹਾਨੂੰ ਕਹਿ ਰਹੇ ਕਿ ਸਾਰੇ ਦੁੱਖਾਂ ਦੀ ਦਵਾਈ ਸਿਮਰਨ ਆ, ਫਿਰ ਤੁਸੀਂ ਸਿਮਰਨ ਕਿਉਂ ਨਹੀਂ ਕਰਦੇ ਪਏ? ਤੁਸੀਂ ਬੰਦਗੀ ਕਿਉਂ ਨਹੀਂ ਕਰਦੇ ਪਏ? ਇਹ ਜੀਵਨ ਦਾ ਮਕਸਦ ਆ, ਬੰਦਗੀ ਕਰਨਾ, ਭਗਤੀ ਕਰਨਾ। 84 ਲੱਖ ਜੋਨੀਆਂ ਦੇ ਵਿੱਚੋਂ ਸਭ ਤੋਂ ਉੱਤਮ ਜੁਨੀ ਆ ਇਹ ਮਨੁੱਖੀ ਚੋਲਾ ਹੈ, ਮਨੁੱਖੀ ਜਨਮ ਆ। ਇਹ ਲਾਸਟ ਪੌੜੀ ਆ। ਜੇ ਇਸ ਪੌੜੀ ਦੇ ਵਿੱਚ, ਇਹ ਸਰੀਰ ਦੇ ਵਿੱਚ ਤੁਸੀਂ ਬੰਦਗੀ ਨਹੀਂ ਕੀਤੀ, ਤੁਸੀਂ ਨਾਮ ਹੀ ਨਹੀਂ ਜਪਿਆ, ਭਗਤੀ ਨਹੀਂ ਕੀਤੀ, ਤਾਂ ਫਿਰ ਤੁਹਾਨੂੰ ਦੁਬਾਰਾ ਉਸ 84 ਲੱਖ ਜੋਨੀਆਂ ਵਿੱਚ ਦੁਬਾਰਾ ਜਾਣਾ ਪੈਣਾ ਹੈ। ਨਾਮ ਜਪੋਗੇ, ਬੰਦਗੀ ਕਰੋਗੇ, ਭਗਤੀ ਕਰੋਗੇ, ਫਿਰ ਸ਼ਾਇਦ ਗੁਰੂ ਮਹਾਰਾਜ ਨੂੰ, ਉਸ ਪਰਮਾਤਮਾ ਨੂੰ ਉਮੀਦ ਹੋਵੇਗੀ, ਸ਼ਾਇਦ ਤੁਹਾਨੂੰ ਦੁਬਾਰਾ ਇਹ ਜਨਮ ਦੇ ਸਕਦਾ। ਜੇ ਤੁਸੀਂ ਇਸ ਜਨਮ ਦੇ ਵਿੱਚ ਬੰਦਗੀ ਨਹੀਂ ਕਰੋਗੇ, ਭਗਤੀ ਨਹੀਂ ਕਰੋਗੇ, ਸਿਮਰਨ ਨਹੀਂ ਕਰੋਗੇ, ਫਿਰ ਤੁਹਾਨੂੰ ਦੁਬਾਰਾ ਫਿਰ ਉਸ 84 ਲੱਖ ਜੋਨੀਆਂ ਦੇ ਵਿੱਚ ਜਾਣਾ ਪੈਣਾ। ਗੁਰੂ ਮਹਾਰਾਜ ਕਹਿੰਦੇ ਆ ਕਿ 84 ਲੱਖ ਜੋਨੀਆਂ ਦੇ ਵਿੱਚੋਂ ਜੇ ਅਸੀਂ ਇੱਕ ਜੂਨੀ ਦਾ ਹਿਸਾਬ 10 ਸਾਲ ਵੀ ਲਾਈਏ, ਉਮਰ ਉਹਦੀ 10 ਸਾਲ ਵੀ ਲਗਾਈਏ, ਤਾਂ 84 ਲੱਖ ਦੀ 8 ਕਰੋੜ 40 ਲੱਖ ਕੁਛ ਬਣਦੀ ਹੈ ਉਹਦੀ, ਹੈ ਨਾ। ਫਿਰ ਉਸ ਤੋਂ ਬਾਅਦ 8 ਕਰੋੜ 40 ਲੱਖ ਜਨਮ, ਹੈ ਨਾ, ਸਾਲ ਤੋਂ ਬਾਅਦ ਕਿਤੇ ਜਾ ਕੇ ਸਾਨੂੰ ਇਹ ਮਨੁੱਖੀ ਜਾਮਾ ਮਿਲਦਾ ਹੈ। ਪਰ ਅਸੀਂ ਇਸ ਜਨਮ ਦੀ ਕਦਰ ਕਿਉਂ ਨਹੀਂ ਕਰਦੇ? ਅਸੀਂ ਬੜੇ ਕਿਸਮਤ ਵਾਲੇ ਹਾਂ, ਭਾਗਸ਼ਾਲੀ ਜੀਵ ਹਾਂ ਕਿ ਪਰਮਾਤਮਾ ਨੇ ਸਾਨੂੰ ਨਾਮ ਜਪਣ ਵਾਸਤੇ, ਬੰਦਗੀ ਕਰਨ ਵਾਸਤੇ ਇਹ ਜੀਵਨ ਦਿੱਤਾ ਆ। ਪਰ ਫਿਰ ਅਸੀਂ ਇਸ ਜਨਮ ਦੀ ਕਦਰ ਕਿਉਂ ਨਹੀਂ ਕਰਦੇ ਪਏ? ਪਰਮਾਤਮਾ ਆਪ ਖੁਦ ਇਹ ਸਰੀਰ ਮਿੱਟੀ ਦਾ ਪੁਤਲਾ ਬਣਾ ਕੇ, ਮਿੱਟੀ ਦਾ ਸਰੀਰ ਬਣਾ ਕੇ ਆਪ ਅੰਦਰ ਵਿੱਚ ਬੈਠ ਗਿਆ ਉਹ ਕਿ ਖੋਜੋ, ਜੋ ਖੋਜੇ ਸੋ ਪਾਵੇ, ਹੈ ਨਾ। ਪਰ ਅਸੀਂ ਬਾਹਰ ਹੀ ਉਹਨੂੰ ਲੱਭਣ ਲੱਗੇ। ਜੇ ਚੀਜ਼ ਜਿੱਥੇ ਗੁੰਮੀ ਹੋਵੇ ਅਸੀਂ ਉੱਥੇ ਲੱਭਾਂਗੇ, ਸਾਨੂੰ ਉਹ ਚੀਜ਼ ਮਿਲ ਜਾਵੇਗੀ। ਜੇ ਅਸੀਂ ਚੀਜ਼ ਅੰਦਰ ਗੁੰਮੀ ਹੋਵੇ, ਅਸੀਂ ਬਾਹਰ ਲੱਭੀ ਜਾਂਦੇ ਹਾਂ, ਤਾਂ ਕਿੱਦਾਂ ਮਿਲੂਗੀ ਸਾਨੂੰ? ਇਸੇ ਤਰ੍ਹਾਂ ਪਰਮਾਤਮਾ ਸਾਡੇ ਅੰਦਰ ਆ, ਹੈ ਨਾ। ਪਰਮਾਤਮਾ ਤੁਹਾਡੇ ਅੰਦਰ ਆ, ਤੁਸੀਂ ਅੰਦਰ ਤਲਾਸ਼ ਕਰੋ। ਬਾਹਰ ਕਿੱਥੇ ਭਟਕੀ ਜਾ ਰਹੇ ਹੋ? ਕਿਉਂ ਸਮਾਂ ਖਰਾਬ ਕਰੀ? ਕਿਉਂ ਬਾਹਰ ਦੇ ਕਰਮ ਕਾਂਡਾਂ ਦੇ ਵਿੱਚ ਪਏ ਹੋਏ ਆ? ਅੰਦਰ ਆ ਜਾਓ, ਅੰਦਰ ਆ ਜਾਓ, ਸਵਾਸ ਸਿਮਰਨ ਕਰੋ, ਹੈ ਨਾ। ਆਪਣਾ ਘਰ ਦਾ ਕੰਮ, ਬੀਬੀਆਂ ਭੈਣਾਂ ਆਪਣੇ ਘਰ ਦਾ ਕੰਮ ਕਰਦੇ ਵੀ ਉਹਨਾਂ ਨੂੰ ਸਿਮਰਨ ਕਰਦੇ ਰਹਿਣਾ ਚਾਹੀਦਾ। ਹੱਥ ਕਾਰ ਵੱਲ, ਦਿਲ ਕਰਤਾਰ ਵੱਲ ਰੱਖਣਾ ਚਾਹੀਦਾ ਹਮੇਸ਼ਾ, ਹੈ ਨਾ। ਕੰਮ ਕਰਦੀ ਵੀ ਉਹਦਾ ਸਿਮਰਨ ਕਰਦੇ ਰਹੋ। ਜਦੋਂ ਉਹਦਾ ਸਮੇਂ ਮਿਲਦਾ ਉਹਦੀ ਯਾਦ ਦੇ ਵਿੱਚ ਅੱਖਾਂ ਬੰਦ ਕਰਕੇ ਬੈਠ ਜਾਓ। ਉਦੋਂ ਤੱਕ ਟਿੱਕੇ ਨਾ ਬੈਠੋ ਜਦ ਤੱਕ ਤੁਸੀਂ ਉਹਨੂੰ ਦੇਖ ਨਹੀਂ ਲੈਂਦੇ। ਸਾਰੀ ਦੁਨੀਆ ਕਹੀ ਜਾ ਰਹੀ ਆ, ਹੈ ਨਾ, ਵੱਡੇ ਵੱਡੇ ਗ੍ਰੰਥ ਕਹੀ ਜਾ ਰਹੇ ਆ, ਰਿਸ਼ੀ ਮੁਨੀ ਦੁਹਾਈਆਂ ਦੇ ਰਿਹਾ, ਹਰ ਬੰਦਾ ਕਹਿ ਰਿਹਾ ਕਿ ਪਰਮਾਤਮਾ ਕਣ ਕਣ ਦੇ ਵਿੱਚ ਆ। ਜੇ ਕਣ ਕਣ ਦੇ ਵਿੱਚ ਆ, ਫਿਰ ਦੇਖਣ ਦੀ ਕੋਸ਼ਿਸ਼ ਕਿਉਂ ਨਹੀਂ ਕਰਦੇ ਪਏ? ਇਹ ਜਿੰਨੇ ਵੀ ਸੰਸਾਰ ਦੇ ਵਿੱਚ ਅੱਜ ਲੜਾਈ ਝਗੜੇ ਹੋ ਰਹੇ ਆ, ਦੰਗੇ ਫਸਾਦ ਹੋ ਰਹੇ ਆ, ਇਹ ਬੇਈਮਾਨੀ, ਠੱਗੀ ਠੋਰੀਆਂ ਹੋ ਰਹੀ ਹੈ, ਇਹ ਕਾਹਤੇ ਹੋ ਰਹੀਆਂ? ਇਹ ਇਸੇ ਕਰਕੇ ਹੋ ਰਹੀਆਂ ਕਿ ਉਹਨਾਂ ਨੂੰ ਕਣ ਕਣ ਵਿੱਚ ਪਰਮਾਤਮਾ ਨਹੀਂ ਦਿਖਿਆ। ਉਹਨਾਂ ਨੂੰ ਕਣ ਕਣ ਵਿੱਚ ਪਰਮਾਤਮਾ ਤਾਂ ਹੀ ਦਿਖੇਗਾ ਜੇ ਉਹਨੂੰ ਅੰਦਰ ਦਿਖਿਆ। ਜੇ ਇਹਨੂੰ ਅੰਦਰ ਹੀ ਨਹੀਂ ਦਿਖਿਆ ਪਰਮਾਤਮਾ, ਤੇ ਉਹਨੂੰ ਬਾਹਰ ਕਿੱਦਾਂ ਦਿਖੇਗਾ, ਹੈ ਨਾ। ਇਸ ਲਈ ਮੇਰੀ ਇਹ ਆਪਦੇ ਚਰਨਾਂ 'ਚ ਬੇਨਤੀ ਆ ਕਿ ਗੁਰੂ ਕੋਲੋਂ ਨਾਮ ਸ਼ਬਦ ਲੈ ਕੇ ਉਹਦਾ ਅਭਿਆਸ ਕਰੋ, ਹੈ ਨਾ। ਜੇ ਤੁਸੀਂ ਸਿੱਖ ਫੈਮਿਲੀ ਬਿਲੋਂਗ ਕਰਦੇ ਹੋ ਤਾਂ ਅੰਮ੍ਰਿਤ ਛਕੋ। ਅੰਮ੍ਰਿਤ ਛਕ ਕੇ ਜੋ ਵੀ ਤੁਹਾਨੂੰ ਸ਼ਬਦ ਦਿੱਤਾ, ਪਹਿਲੀ ਪੌੜੀ ਦਾ ਪਾਠ ਕਰਨਾ ਸ਼ੁਰੂ ਕਰੋ। ਸਤਿਨਾਮ ਵਾਹਿਗੁਰੂ, ਹੈ ਨਾ, ਜੋ ਵੀ ਤੁਹਾਨੂੰ ਗੁਰੂ ਮੁਰਸ਼ਦ ਤੁਹਾਡਾ ਜੋ ਵੀ ਕਹਿ ਰਿਹਾ, ਉਹਦਾ ਸਿਮਰਨ ਦਾ ਅਭਿਆਸ ਕਰੋ। ਨਿਤਨੇਮ ਕਰਨ ਤੋਂ ਬਾਅਦ ਸਿਮਰਨ ਦਾ ਅਭਿਆਸ ਜ਼ਰੂਰ ਕਰਨਾ। ਇੱਕ ਬੀਬੀ ਕਹਿੰਦੀ ਕਿ ਮੈਨੂੰ, ਹੈ ਨਾ, 40 ਸਾਲ ਹੋ ਗਏ ਪਾਠ ਕਰਦੇ ਨੂੰ। ਕੋਈ ਕਹਿੰਦਾ ਮੈਨੂੰ 20 ਸਾਲ ਹੋ ਗਿਆ ਪਾਠ ਕਰਦੇ ਨੂੰ। ਪਾਠ ਹੀ ਕਰੀ ਜਾਂਦੇ, ਪਰ ਉਹਨੇ ਸਿਮਰਨ ਕੀਤਾ ਹੀ ਨਹੀਂ ਹੈਗਾ, ਹੈ ਨਾ। 40 ਸਾਲ ਪਾਠ ਕਰਕੇ, 20 ਸਾਲ ਪਾਠ ਕਰਕੇ ਵੀ ਉਹਨਾਂ ਦੇ ਅੰਦਰ ਜੋਤ ਹੀ ਨਹੀਂ ਜਗੀ ਹੈਗੀ। ਉਹਨਾਂ ਨੇ ਜੋਤ ਦੇ ਦਰਸ਼ਨ ਹੀ ਨਹੀਂ ਕੀਤੇ, ਤੇ ਪੜ੍ਹਿਆ ਸਾਰਾ ਬੇਕਾਰ ਗਿਆ ਉਹਨਾਂ ਦਾ। ਜਦ ਅਸੀਂ ਰੋਜ਼ ਰੱਬ ਦਾ ਹੁੱਕਾ ਦੇਈ ਜਾ ਰਹੇ ਹਾਂ ਨਾ ਕਿ ਇਹ ਸਰੀਰ ਅੰਦਰ ਪਰਮਾਤਮਾ ਕਹੀ ਜਾ ਰਹੇ ਹਾਂ, ਪਰ ਦੇਖਣ ਦੀ ਕੋਸ਼ਿਸ਼ ਨਹੀਂ ਕਰਦੇ। ਆਪਾਂ ਬਾਜ਼ਾਰੋਂ ਸਬਜ਼ੀ ਬਣਾਉਣ ਵਾਲੀ ਕਿਤਾਬ ਲੈ ਆਂਦੀ, ਹੈ ਨਾ, ਆਪਾਂ ਪੜ੍ਹੀ ਜਾ ਰਹੇ ਹਾਂ। ਕੀ ਸਾਨੂੰ ਸਬਜ਼ੀ ਦਾ ਸਵਾਦ ਆ ਜਾਏਗਾ? ਕੀ ਸਾਡੀ ਸਬਜ਼ੀ ਬਣ ਕੇ ਤਿਆਰ ਹੋ ਜਾਏਗੀ? ਅਸੀਂ ਪੜ੍ਹੀ ਜਾ ਰਹੇ ਕਿਤਾਬ ਨੂੰ, ਉਸ ਸਬਜ਼ੀ ਬਣਾਉਣ ਵਾਲੀ ਕਿਤਾਬ ਨੂੰ ਪੜ੍ਹੀ ਜਾ ਰਹੇ ਹਾਂ, ਫਿਰ ਸਬਜ਼ੀ ਕਿੱਦਾਂ ਤਿਆਰ ਹੋਵੇਗੀ? ਇਸੇ ਤਰ੍ਹਾਂ ਅਸੀਂ ਪਾਠ ਕਰੀ ਜਾ ਰਹੇ, ਪਰ ਸਿਮਰਨ ਤਾਂ ਕਰਦੇ ਨਹੀਂ। ਅੰਦਰ ਤਾਂ ਜਾਂਦੇ ਨਹੀਂ ਪਏ, ਅੰਦਰ ਤਾਂ ਧਿਆਨ ਲਗਾਉਂਦੇ ਨਹੀਂ ਪਏ, ਹੈ ਨਾ। ਬਾਜ਼ਾਰੋਂ ਸਬਜ਼ੀ ਲੈ ਕੇ ਆਵਾਂਗੇ, ਕੱਟਾਂਗੇ, ਨੂਨ ਮਿਰਚ ਪਾਵਾਂਗੇ, ਅੱਗ ਬਾਲਾਂਗੇ, ਸੇਕਾਂਗੇ, ਫਿਰ ਕਿਤੇ ਆ ਕੇ ਸਬਜ਼ੀ ਬਣੂਗੀ, ਫਿਰ ਸਾਨੂੰ ਉਹਦਾ ਸਵਾਦ ਦਾ ਪਤਾ ਲੱਗੇਗਾ। ਇਸੇ ਤਰ੍ਹਾਂ ਅਸੀਂ ਪਾਠ ਕਰਨੇ ਆ, ਪਾਠ ਕਰਕੇ ਉੱਦਾਂ ਦਾ ਆਪਣਾ ਜੀਵਨ ਬਣਾਉਣਾ ਆ,
ਉਹਨੂੰ ਆਪਣੇ ਜੀਵਨ ਦੇ ਵਿੱਚ ਢਾਲਣ ਦੀ ਕੋਸ਼ਿਸ਼ ਕਰਨੀ ਆ, ਆਪਣੇ ਅੰਤਰ ਵਿੱਚ ਪਰਮਾਤਮਾ ਦੀ ਖੋਜ ਕਰਨੀ ਹੈ। ਜੋ ਬਰਮੰਡੇ ਸੋਈ ਪਿੰਡੇ ਬਾਹਰ ਪਰਮ ਭਲਾਇਆ, ਹੈ ਨਾ। ਜੋ ਬਰਮੰਡੇ ਸੋਈ ਪਿੰਡੇ ਜੋ ਖੋਜੇ ਸੋ ਪਾਵੇ, ਹੈ ਨਾ। ਅੰਦਰ ਖੋਜ ਕਰੋ, ਆਪਣੇ ਅੰਦਰ ਪਰਮਾਤਮਾ ਨੂੰ ਦੇਖਣ ਦੀ ਕੋਸ਼ਿਸ਼ ਕਰੋ। ਗੱਲਾਂ ਨਾ ਪਕੌੜੇ ਨਾ ਬਣਾਓ, ਹੈ ਨਾ। ਐਵੇਂ ਸੰਤਾਂ ਮਾਪ ਨਿੰਦਿਆ ਕਰੀ ਜਾ ਰਹੇ, ਹੈ ਨਾ। ਜਦ ਤੱਕ ਜਦੋਂ ਸ੍ਰਿਸ਼ਟੀ ਸ਼ੁਰੂ ਹੋਈ ਆ, ਜਦ ਤੱਕ ਸ੍ਰਿਸ਼ਟੀ ਆ, ਜਦ ਤੱਕ ਸੰਸਾਰ ਆ, ਹੈ ਨਾ, ਤਦ ਤੱਕ ਇਹ ਸੰਤ ਮਹਾਂਪੁਰਸ਼ ਆਉਂਦੇ ਰਹਿਣੇ, ਜਾਂਦੇ ਰਹਿਣੇ, ਆਉਂਦੇ ਰਹਿਣੇ, ਜਾਂਦੇ ਰਹਿਣੇ। ਇਹ ਬੰਦ ਨਹੀਂ ਹੋਣੇ ਹੈਗੇ। आग लगी आकाश में झर झर बरसे अंगार, संत ना होते जगत में जल मरता संसार। ਇਹ ਸੰਤਾਂ ਮਹਾਂਪੁਰਸ਼ਾਂ ਕਰਕੇ, ਇਹਨਾਂ ਫਕੀਰਾਂ ਕਰਕੇ, ਇਹਨਾਂ ਗੁਰੂਆਂ ਕਰਕੇ, ਇਹਨਾਂ ਰਿਸ਼ੀ ਮੁਨੀਆਂ ਕਰਕੇ ਇਹ ਸੰਸਾਰ ਇਹ ਟਿਕਿਆ ਹੋਇਆ, ਇਹ ਧਰਤੀ ਟਿਕੀ ਹੋਈ ਆ। ਨਹੀਂ ਤਾਂ ਕਦ ਹੀ ਵਿਨਾਸ਼ ਹੋ ਜਾਣਾ ਚਾਹੀਦਾ, ਹੋ ਜਾਣਾ ਸੀ, ਹੈ ਨਾ। ਪਰ ਅਸੀਂ ਇਹਨਾਂ ਕੋਲੋਂ, ਸਾਨੂੰ ਸੰਤਾਂ ਮਹਾਂਪੁਰਸ਼ਾਂ ਕੋ ਫਾਇਦਾ ਲੈ ਲੈਣਾ ਚਾਹੀਦਾ, ਪਰ ਅਸੀਂ ਫਾਇਦਾ ਲੈਣ ਦੀ ਬਜਾਏ ਅਸੀਂ ਉਹਨਾਂ ਨੂੰ ਵੀ ਪਰੇਸ਼ਾਨ ਕਰੀ ਜਾ ਰਹੇ ਹਾਂ, ਹੈ ਨਾ। ਹੁਣ ਦੇਖੋ, ਇੱਕ ਸੋਨੇ ਦਾ ਵਪਾਰੀ ਆ, ਹੀਰਿਆਂ ਦਾ ਵਪਾਰ ਕਰਦਾ ਪਿਆ, ਹੈ ਨਾ। ਉਹ ਹੀਰੇ ਦੀ ਦੁਕਾਨ ਖੋਲ ਕੇ ਬੈਠਾ ਆ। ਹੁਣ ਤੁਸੀਂ ਹੀਰੇ ਦੀ ਦੁਕਾਨ ਖੋਲ ਕੇ ਬੈਠਾ, ਤੁਸੀਂ ਹੀਰੇ ਦੀ ਦੁਕਾਨ ਤੇ ਜਾ ਰਹੇ ਹੋ, ਜਾ ਕੇ ਤੁਸੀਂ ਕਹੋਗੇ ਕਿ ਭਾਈ ਮੈਨੂੰ ਅੱਧਾ ਕਿਲੋ ਆਲੂ ਪਾ ਦੇ, ਹੈ ਨਾ, ਮੈਨੂੰ 2 ਕਿਲੋ ਪਿਆਜ਼ ਪਾ ਦੇ। ਕਿ ਉਹ ਤੁਹਾਨੂੰ ਦੇ ਦੇਗਾ ਪਿਆਜ਼? ਉਹ ਵੀ ਹੈਰਾਨ ਹੋਵੇਗਾ ਕਿ ਮੇਰੇ ਕੋਲ ਕੀ ਮੰਗਣ ਆ ਰਿਹਾ, ਮੇਰੀ ਤਾਂ ਹੀਰੇ ਦੀ ਦੁਕਾਨ ਆ, ਇਹ ਮੇਰੇ ਕੋਲ ਸਬਜ਼ੀ ਲੈਣ ਆ ਰਿਹਾ ਕਿ ਕਿਲੋ ਆਲੂ ਪਾ ਦਿਓ ਜੀ, ਜਾਂ 2 ਕਿਲੋ ਪਿਆਜ਼ ਪਾ ਦਿਓ ਜੀ, ਹੈ ਨਾ। ਤੇ ਉਹ ਕਿੱਦਾਂ ਦੇ ਸਕਦਾ? ਇਸੇ ਤਰ੍ਹਾਂ ਸੰਤਾਂ ਮਹਾਂਪੁਰਸ਼ਾਂ ਕੋਲ ਆਉਂਦੇ ਆ, ਫਕੀਰਾਂ ਕੋਲ ਆਉਂਦੇ ਆ, ਹੈ ਨਾ, ਭਗਤਾਂ ਦੇ ਕੋਲ ਆਉਂਦੇ ਆ, ਗੁਰੂਆਂ ਕੋਲ ਆਉਂਦੇ ਆ, ਤੇ ਉਹ ਤੁਹਾਨੂੰ ਕਿੱਦਾਂ ਇਹ ਬਾਹਰ ਦੇ ਸੌਦੇ ਦੇ ਸਕਦੇ, ਹੈ ਨਾ। ਤੁਸੀਂ ਉਹਨਾਂ ਕੋਲ ਜਾਂਦੇ ਹੋ, ਸੰਤਾਂ ਮਹਾਂਪੁਰਸ਼ਾਂ ਕੋਲੋਂ, ਫਕੀਰਾਂ ਕੋਲ, ਕਿ ਮੇਰਾ ਦੇਖੋ ਜੀ ਬਾਬਾ ਜੀ ਮੇਰਾ ਕੰਮ ਨਹੀਂ ਚੱਲਦਾ, ਤੁਸੀਂ ਮੇਰਾ ਕੰਮ ਚਲਾ ਦਿਓ। ਬਾਬਾ ਜੀ ਮੇਰੇ ਮੁੰਡਾ ਨਹੀਂ ਹੈਗਾ, ਤੁਸੀਂ ਮੈਨੂੰ ਮੁੰਡਾ ਦੇ ਦਿਓ। ਬਾਬਾ ਜੀ ਮੇਰਾ ਵਿਆਹ ਨਹੀਂ ਹੁੰਦਾ, ਤੁਸੀਂ ਮੇਰਾ ਵਿਆਹ ਕਰ ਦਿਓ। ਬਾਬਾ ਜੀ ਮੈਂ ਕੁੜੀ ਨਾਲ ਪਿਆਰ ਕਰਦਾ ਹੁੰਦਾ, ਮੇਰਾ ਵਿਆਹ ਕਰਾ ਦਿਓ, ਹੈ ਨਾ, ਹੈ ਨਾ। ਬਾਬਾ ਜੀ ਮੇਰਾ ਕਾਰੋਬਾਰ ਨਹੀਂ ਚੱਲਦਾ, ਮੇਰਾ ਕਾਰੋਬਾਰ ਚਲਾ ਦਿਓ। ਬਾਬਾ ਜੀ ਮੇਰਾ ਬਾਹਰ ਦਾ ਵੀਜ਼ਾ ਨਹੀਂ ਲੱਗਦਾ, ਵੀਜ਼ਾ ਲਵਾ ਦਿਓ, ਹੈ ਨਾ। ਉਹ ਸੰਤ ਮਹਾਂਪੁਰਸ਼ ਵੀ, ਫਕੀਰ ਵੀ ਹੈਰਾਨ ਹੁੰਦਾ ਕਿ ਇਹ ਕੀ ਮੰਗੀ ਕੀ ਜਾ ਰਹੇ ਆ। ਉਹਨਾਂ ਕੋਲ ਨਾਮ ਦਾ ਸੌਦਾ, ਉਹ ਨਾਮ ਦੇ ਵਪਾਰੀ ਆ। ਉਹ ਕਹਿੰਦੇ ਕਿ ਬੇਟੇ ਆਓ, ਨਾਮ ਸ਼ਬਦ ਲਓ, ਸਿਮਰਨ ਕਰੋ, ਆਪਣਾ ਜੋ ਮਰਜ਼ੀ ਲੈਂਦੇ ਰਹੋ। ਇੱਕ ਕੰਮ ਕਰਨਾ, ਸਿਮਰਨ ਕਰਨਾ, ਤੁਹਾਨੂੰ 1000 ਚੀਜ਼ਾਂ ਮਿਲਣੀਆਂ, ਪਰ ਕੋਈ ਕਰਕੇ ਰਾਜ਼ੀ ਨਹੀਂ ਹੈਗਾ। ਸੰਤਾਂ ਮਹਾਂਪੁਰਸ਼ਾਂ ਨੇ ਇੱਕ ਜਾਦੂ ਦੀ ਛੜੀ ਸਮਝਾਇਆ ਹੋਇਆ, ਬਸ ਕਿ ਬਾਬਾ ਜੀ ਕੋ ਆਏ, ਕਿਹਾ, ਉਹਨੇ ਛੜੀ ਕਮਾਈ, ਸਾਡਾ ਕੰਮ ਹੋ ਗਿਆ। ਉਹ ਇੱਕ ਵਾਰ ਕੰਮ ਕਰੇਗਾ, ਆਪਣੀ ਕਮਾਈ ਚੋਂ ਇੱਕ ਵਾਰ ਦੇਗਾ, 2 ਵਾਰ ਹਾਰ ਕੇ ਤੁਹਾਨੂੰ ਬੰਦਗੀ ਕਰਨੀ ਪੈਣੀ ਹੈ, ਭਗਤੀ ਕਰਨੀ ਪੈਣੀ। ਇੱਦਾਂ ਕਿੱਦਾਂ ਮਿਲ ਜਾਏਗਾ? ਇਸ ਤਰ੍ਹਾਂ ਤੁਹਾਡੇ ਕਰਮ ਚੇਂਜ ਹੋਣ ਵਾਲੇ ਨਹੀਂ ਹੈਗੇ, ਤੁਹਾਨੂੰ ਕੁਝ ਮਿਲਣ ਵਾਲਾ ਨਹੀਂ ਹੈ। ਉਹਦੇ ਲਈ ਤੁਹਾਨੂੰ ਬੰਦਗੀ ਕਰਨੀ ਪੈਣੀ, ਭਗਤੀ ਕਰਨੀ ਪੈਣੀ, ਸਿਮਰਨ ਕਰਨੀ ਪੈਣੀ, ਹੈ ਨਾ। ਤੁਸੀਂ ਹੀਰਿਆਂ ਕੋਲ ਜਾ ਕੇ ਹੀਰੇ ਮੰਗੋਗੇ ਤਾਂ ਹੀ ਤੁਹਾਡੀ ਗੱਲ ਬਣੂਗੀ, ਉਹ ਹੀਰੇ ਦੇਵੇਗਾ। ਇੱਦਾਂ ਤੁਸੀਂ ਸੰਤਾਂ ਮਹਾਂਪੁਰਸ਼ਾਂ ਕੋ ਜਾਂਦੇ ਆ, ਗੁਰੂਆਂ ਕੋ ਜਾਂਦੇ ਆ, ਫਕੀਰਾਂ ਕੋ ਜਾਂਦੇ ਹੋ, ਰਿਸ਼ੀ ਮੁਨੀਆਂ ਕੋ ਜਾਂਦੇ ਆ, ਉਹਨਾਂ ਕੋਲ ਨਾਮ ਦਾ ਸੌਦਾ ਲਓ ਕਿ ਮੈਂ ਪਰਮਾਤਮਾ ਨੂੰ ਪਾਣਾ ਚਾਹੁੰਦਾ ਹਾਂ, ਹੈ ਨਾ, ਮੈਨੂੰ ਰਾਸਤਾ ਦੱਸੋ, ਮੈਂ ਬੰਦਗੀ ਕਰਨਾ ਚਾਹੁੰਦਾ, ਮੈਨੂੰ ਤਰੀਕਾ ਦੱਸੋ। ਇਹ ਉਹਨਾਂ ਕੋਲ ਸੌਦਾ ਆ। ਅਸੀਂ ਸੰਸਾਰ ਦੀ ਚੀਜ਼ਾਂ ਲੈ ਕੇ ਮੰਗਦੇ ਹਾਂ ਉਹਨਾਂ ਕੋਲ, ਉਹ ਕਿੱਦਾਂ ਦੇ ਦੇਣਗੇ? ਕਿੱਦਾਂ ਮਿਲੂਗੀਆਂ ਤੁਹਾਨੂੰ ਚੀਜ਼ਾਂ? ਫਿਰ ਅਸੀਂ ਜਦੋਂ ਸਾਡਾ ਕੰਮ ਨਹੀਂ ਕਰਦਾ, ਜਦੋਂ ਸਾਡੀ ਉਹ ਅਰਦਾਸ ਬੇਨਤੀ ਪੂਰੀ ਨਹੀਂ ਕਰਦਾ, ਸਾਡਾ ਕੰਮ ਨਹੀਂ ਕਰਦਾ, ਅਸੀਂ ਫਿਰ ਕੀ ਕਹਿੰਦੇ ਆ ਕਿ ਉਹ ਬਾਬਾ ਮਾੜਾ ਜੀ, ਉਹ ਸੰਤ ਮਹਾਂਪੁਰਸ਼ ਤਾਂ ਐਵੇਂ ਬੇਕਾਰ ਆ ਜੀ, ਉਹਦੇ ਪੱਲੇ ਕੁਛ ਨਹੀਂ ਹੈਗਾ ਜੀ, ਹੈ ਨਾ, ਉਹ ਤਾਂ ਐਵੇਂ ਢੋਂਗ ਕਰੀ ਜਾਂਦਾ ਜੀ। ਸੋ ਅਸੀਂ ਲੋਕਾਂ ਦੀ, ਸੰਤਾਂ ਨੂੰ ਨਿੰਦਿਆ ਹੀ ਕਰੀ ਜਾ ਰਹੇ ਹਾਂ। ਕਿਉਂ? ਅਸੀਂ ਕਰਦੇ ਕੁਛ ਨਹੀਂ ਹੈਗੇ। ਉਹਨਾਂ ਨੇ ਸਾਨੂੰ ਨਾਮ ਸ਼ਬਦ ਦੀ ਯੁਕਤੀ ਦਿੱਤੀ ਆ, ਸਿਮਰਨ ਦਿੱਤਾ, ਅਸੀਂ ਉਹਦਾ ਅਭਿਆਸ ਨਹੀਂ ਕਰਦੇ ਪਏ, ਆਪ ਮਿਹਨਤ ਨਹੀਂ ਕਰਦੇ ਪਏ। ਹੁਣ ਕਈ ਲੋਕ ਕਹਿੰਦੇ ਕਿ ਬਾਬਾ ਜੀ ਸਾਨੂੰ 40 ਸਾਲ ਹੋ ਗਏ ਨਾਮ ਸ਼ਬਦ ਲਿੱਤੇ, ਨਾਮਦਾਨ ਲਿੱਤੇ ਨੂੰ, ਸਾਡੀ ਗੱਲ ਹੀ ਨਹੀਂ ਬਣੀ। ਗੱਲ ਕਿੱਦਾਂ ਬਣੇਗੀ ਜਦ ਅਸੀਂ ਅੰਦਰ ਜਾਂਦੇ ਹੀ ਨਹੀਂ ਹੈਗੇ, ਉਹਦੀ ਖੋਜ ਹੀ ਨਹੀਂ ਕਰਦੇ ਪਏ, ਹੈ ਨਾ। ਸਾਰੀ ਦੁਨੀਆ ਕਹੀ ਜਾਂਦੀ ਅੰਦਰ ਜੋਤ ਜਗਦੀ ਪਈ, ਅੰਦਰ ਜੋਤ ਜਗਦੀ, ਦੇਖੀ ਕਿਨੇ ਆ? ਕੌਣ ਦੇਖਣ ਦੀ ਕੋਸ਼ਿਸ਼ ਕਰਦਾ ਆ? ਜੋ ਤੁਸੀਂ ਅੱਖਾਂ ਬੰਦ, ਤੁਹਾਨੂੰ ਹਨੇਰਾ ਨਜ਼ਰ, ਕਾਮ, ਕ੍ਰੋਧ, ਮੋਹ, ਲੋਭ, ਅਹੰਕਾਰ, ਉਹਦਾ ਹਨੇਰਾ ਨਜ਼ਰ ਆਉਂਦਾ ਅੰਦਰ, ਤੇ ਤੁਸੀਂ ਕਹਿੰਦੇ ਜੋਤ ਜਗਦੀ ਪਈ। ਉਹ ਜਦ ਤੱਕ ਉਹ ਪੜਦੇ ਨਹੀਂ ਉਖਦੇ, ਕਾਮ, ਕ੍ਰੋਧ, ਮੋਹ, ਲੋਭ, ਅਹੰਕਾਰ ਦੇ ਪਰਦੇ ਨਹੀਂ ਖਤਮ ਹੁੰਦੇ, ਇਹ ਚੱਕੇ ਨਹੀਂ ਜਾਂਦੇ, ਤਦ ਤੱਕ ਤੁਹਾਡੇ ਜੋਤ ਦੇ ਦਰਸ਼ਨ ਨਹੀਂ ਹੋ ਸਕਦੇ। ਉਹਦੇ ਲਈ ਤੁਹਾਨੂੰ ਰੋਜ਼ ਮਿਹਨਤ ਕਰਨੀ ਪੈਣੀ ਆ। ਸਵੇਰੇ 2 ਘੰਟੇ ਬੈਠੇ, ਸ਼ਾਮ ਨੂੰ 2 ਘੰਟੇ ਬੈਠਣਾ ਪੈਣਾ, ਉਹਦਾ ਅਭਿਆਸ ਰੋਜ਼ ਸਿਮਰਨ ਦਾ ਕਰਨਾ ਪੈਣਾ, ਸਵਾਸ ਦਾ ਸਿਮਰਨ ਕਰਨਾ ਪੈਣਾ, ਆਪਣੇ ਅੰਦਰ ਪ੍ਰਮਾਤਮਾ ਦੀ ਖੋਜ ਕਰਨੀ ਪੈਣੀ ਹੈ। ਤਾਂ ਹੀ ਉਹ ਜੋਤ ਦੇ ਦਰਸ਼ਨ ਹੋਣਗੇ, ਤਾਂ ਹੀ ਉਹ ਪ੍ਰਕਾਸ਼ ਦੇ ਦਰਸ਼ਨ ਹੋਣਗੇ। ਗੱਲਾਂ ਨਾਲ ਪਕੌੜੇ ਬਣਾਈ ਜਾਂਦੇ ਸਾਰੇ, ਆਹ ਹੋ ਗਿਆ ਜੀ, ਉਹ ਹੋ ਗਿਆ ਜੀ, ਇੱਦਾਂ ਜੀ, ਉੱਦਾਂ ਜੀ, ਉੱਦਾਂ, ਦੇਖਿਆ ਕਿਸੇ ਨਹੀਂ ਹੈਗਾ, ਐਵੇਂ ਰੋਲਾ ਪਾਈ ਜਾਂਦੇ ਬਸ। ਪਸ਼ੂਆਂ ਵਾਂਗੂ ਆਪਣਾ ਜੀਵਨ ਜੀਈ ਜਾਂਦੇ ਆ, ਪਸ਼ੂ ਭੋਗ ਵਿਲਾਸ ਕਰਦੇ ਆ, ਤੁਸੀਂ ਵੀ ਕਰੀ ਜਾ ਰਹੇ ਹੋ।
ਪਸ਼ੂ ਵੀ ਬੱਚੇ ਪੈਦਾ ਕਰਦੇ, ਤੁਸੀਂ ਵੀ ਬੱਚੇ ਪੈਦਾ ਕਰੀ ਜਾਂਦੇ। ਪਸ਼ੂ ਵੀ ਖਾਂਦੇ ਪੀਂਦੇ, ਤੁਸੀਂ ਵੀ ਖਾਈ ਪੀ ਜਾ ਰਹੇ। ਪਸ਼ੂ ਵੀ ਸੌਂਦੇ ਜਾਗਦੇ, ਤੁਸੀਂ ਵੀ ਸੌਂਦੇ ਜਾਗਦੇ ਪਏ। ਏਦਾਂ ਹੀ ਆਏ ਤੇ ਏਦਾਂ ਹੀ ਚਲੇ ਗਏ। ਕੀ ਫਾਇਦਾ ਹੈ ਜੀਵਨ ਦਾ? ਇਹ ਤੋਂ ਚੰਗਾ ਤੁਸੀਂ ਪਸ਼ੂ ਵੀ ਠੀਕ ਆ, ਜਾਨਵਰ ਵੀ ਠੀਕ ਆ। ਜੇ ਨਹੀਂ ਬੰਦਗੀ ਹੁੰਦੀ, ਨਹੀਂ ਭਗਤੀ ਹੁੰਦੀ, ਤੁਸੀਂ ਤਾਂ ਬੜੇ ਕਿਸਮਤ ਵਾਲੇ ਹੋ। ਤੁਹਾਨੂੰ ਇਹ ਜਨਮ ਦਿੱਤਾ ਹੈ, ਮਨੁੱਖੀ ਚੋਲਾ ਦਿੱਤਾ ਆ, ਇਨਸਾਨ ਬਣਾ ਕੇ ਪਰਮਾਤਮਾ ਨੇ ਸੰਸਾਰ 'ਚ ਭੇਜਿਆ ਕਿ ਬੇਟੇ ਬੰਦਗੀ ਕਰ ਲਓ, ਭਗਤੀ ਕਰ, ਆਪਣਾ ਜੀਵਨ ਸਫਲ ਕਰ ਲਓ। ਇਹ ਜਿਹੜੇ ਰਿਸ਼ਤੇ ਨਾਤੇ ਤੁਸੀਂ ਸਮਝਦੇ ਹੋ ਨਾ, ਮਾਂ ਬਾਪ, ਭਾਈ ਭੈਣ, ਦੋਸਤ ਮਿੱਤਰ, ਇਹ ਸੋਨੇ ਦੀ ਬੇੜੀਆਂ। ਇਹਨਾਂ ਨੇ ਤੁਹਾਡਾ ਸਾਥ ਨਹੀਂ ਦੇਣਾ, ਹਨਾ। ਜੋ ਅੰਤ ਸਮਾਂ ਆਉਂਦਾ, ਕਿਹਾ ਕਰੋ ਨਾਲ ਚੱਲੋ। ਕੋਈ ਜਾਣ ਲਈ ਤਿਆਰ ਹੋਵੇਗਾ? ਤੁਹਾਡੀ ਕੋਈ ਹੈਲਪ ਕਰੇਗਾ? ਤੁਹਾਡਾ ਕੋਈ ਸਹਾਇਤਾ ਕਰੇਗਾ ਜਦੋਂ ਅੰਤ ਵੇਲਾ ਆਏਗਾ? ਜੋ ਮੌਤ ਦੀ ਦੇਵੀ ਨੇ ਖੜੇ ਹੋਣਾ ਆ ਕੇ, ਹਨਾ, ਯਮਦੂਤਾਂ ਨੇ ਖੜੇ ਹੋਣਾ ਆ ਕੇ, ਹਨਾ, ਫਿਰ ਤੁਹਾਡਾ ਕੌਣ ਸਾਥ ਦੇਵੇਗਾ? ਸਭ ਨੇ ਸਾਥ ਛੱਡ ਦੇਣਾ। ਫਿਰ ਇੱਥੇ ਸਭ ਕੁਝ ਰਹਿ ਜਾਣਾ। ਹਜੇ ਵੀ ਸਮਾਂ ਆ, ਤੱਤੀਆਂ ਗੱਲਾਂ ਜ਼ਰੂਰ ਲੱਗਣੀਆਂ, ਕੋੜੀਆਂ ਗੱਲਾਂ ਜ਼ਰੂਰ ਲੱਗਣੀਆਂ, ਪਰ ਤੁਹਾਡੇ ਫਾਇਦੇ ਦੀ ਆ। ਜਿਹੜੀ ਦਵਾਈ ਕੋੜੀ ਹੋਵੇ ਨਾ, ਉਹ ਜਲਦੀ ਅਸਰ ਕਰਦੀ ਆ। ਸੋ ਇਹ ਜੀਵਨ, ਇਹ ਬੰਦਗੀ ਕਰਨ ਵਾਸਤੇ ਮਿਲਿਆ, ਭਗਤੀ ਕਰਨ ਵਾਸਤੇ। ਐਵੇਂ ਇਹਨੂੰ ਖਰਾਬ ਨਾ ਕਰੀ ਚਲੋ, ਵਿਅਰਥ ਨਾ ਕਰੀ ਚਲੋ, ਲੇਖੇ ਲਗਾ ਲਓ। ਠੀਕ ਹੈ। ਸੰਤਾ ਮਾਰਗ ਜਿਹੜਾ ਮਾਰਗ ਹੈ, ਇਹ ਕਰਨੀ ਦਾ ਮਾਰਗ। ਕਰੋ, ਪ੍ਰੈਕਟੀਕਲ ਕਰਕੇ ਦੇਖੋ। ਆਪ ਖੁਦ ਖੁਦਾ ਦੀ ਖੋਜ ਕਰੋ, ਖੁਦ ਖੁਦਾ ਨੂੰ ਦੇਖਣ ਦੀ ਕੋਸ਼ਿਸ਼ ਕਰੋ, ਹਨਾ। ਉਦ ਤੱਕ ਬੋਲੋ ਨਾ ਜਦ ਤੱਕ ਤੁਸੀਂ ਅੱਖੀ ਦੇਖ ਨਹੀਂ ਲੈਂਦੇ, ਮੂੰਹ ਨਾਲ, ਹਨਾ, ਉਹ ਸੁਣ ਨਹੀਂ ਲੈਂਦੇ, ਉਹ ਕੰਨਾਂ ਨਾਲ ਉਹਦੀ ਆਵਾਜ਼ ਸੁਣ ਨਹੀਂ ਲੈਂਦੇ। ਖੁਦ ਆਪ ਪ੍ਰੈਕਟੀਕਲ ਕਰਕੇ ਦੇਖੋ, ਫਿਰ ਤੁਹਾਡੀ ਗੱਲ ਬਣੂਗੀ, ਹਨਾ। ਆਪਣੀ ਡਿਊਟੀ ਸਮਝ ਕੇ ਰੋਜ਼ ਭਜਨ ਸਿਮਰਦਾ ਪਿਆ। ਐਵੇਂ ਨਾ ਕਿਸੇ ਦੀ ਨਿੰਦਿਆ ਚੁਗਲੀ ਕਰੋ, ਹਨਾ। ਐਵੇਂ ਲੋਕਾਂ ਦਾ ਭਾਅ ਚੱਕੀ ਜਾਂਦੇ ਆ, ਲੋਕਾਂ ਦੀ ਬੁਰਾਈਆਂ ਕਰੀ ਜਾ ਰਹੇ, ਨਿੰਦਿਆ ਕਰੀ ਜਾ ਰਹੇ। ਇਸ ਜਨਮ ਦਾ ਫਾਇਦਾ ਲੈ ਲਓ, ਠੀਕ ਹੈ। ਸੰਤਾ ਮਹਾਂਪੁਰਖ ਜਿਹੜਾ ਮਾਰਗ ਆ, ਇਹ ਸ਼ਾਂਤੀ ਦਾ ਮਾਰਗ ਆ, ਹਨਾ। ਜੋ ਤੁਸੀਂ ਅੰਦਰ ਖੋਜ ਕਰੋਗੇ ਪ੍ਰਮਾਤਮਾ ਦੀ, ਤੁਹਾਨੂੰ ਆਨੰਦ ਮਿਲੇਗਾ, ਤੁਹਾਨੂੰ ਸ਼ਾਂਤੀ ਮਿਲੇਗੀ, ਸੁੱਖ ਮਿਲੇਗਾ। ਘਰ ਸੁੱਖ ਬਸਿਆ, ਬਾਹਰ ਸੁੱਖ ਪਾਇਆ। ਅੰਦਰ ਤੁਹਾਨੂੰ ਸੁੱਖ ਮਿਲੇਗਾ, ਤੁਹਾਡਾ ਬਾਹਰ ਸੁੱਖ ਮਿਲ ਜਾਏਗਾ, ਪਰਿਵਾਰ ਸੁੱਖ ਮਿਲ ਜਾਏਗਾ, ਹਨਾ। ਜੇ ਤੁਹਾਡਾ ਕੋਈ ਕੰਮ ਨਹੀਂ ਹੁੰਦਾ ਸੰਸਾਰ, ਜੇ ਤੁਸੀਂ ਕੰਮ ਦੀ ਗੱਲ ਕਰਦੇ ਹੋ, ਕੰਮ ਨਹੀਂ ਹੁੰਦਾ, 1 ਘੰਟਾ ਸਿਮਰਨ ਵਧਾ ਦਿਓ, ਹਨਾ। 2 ਘੰਟੇ ਸਿਮਰਨ ਵਧਾ ਦਿਓ ਆਪਣਾ। ਕਿੱਦਾਂ ਨਹੀਂ ਕੰਮ ਹੋਵੇਗਾ? ਹਰ ਚੀਜ਼ ਮਿਲੇਗੀ। ਇੱਕ ਵਾਰ ਕਰਕੇ ਦੇਖੋ, ਖੁਦ ਕਰਕੇ ਦੇਖੋ, ਪ੍ਰੈਕਟੀਕਲ ਕਰਕੇ ਦੇਖੋ, ਹਨਾ। ਲਗਾਤਾਰ 6 ਮਹੀਨੇ ਲਗਾ ਕੇ ਤਾਂ ਦੇਖੋ। 2 ਘੰਟੇ ਸਵੇਰੇ ਬੈਠ, 2 ਘੰਟੇ ਸ਼ਾਮ ਨੂੰ ਬੈਠਿਆ ਕਰੋ। ਸਿਟਿੰਗ ਵਧਾਓ ਆਪਣੀ ਬੈਠਣ ਦੀ, ਫਿਰ ਗੱਲ ਬਣੇਗੀ, ਹਨਾ। ਐਵੇਂ ਕਿਸੇ ਨੂੰ ਬਦਨਾਮ ਨਾ ਕਰਿਆ ਕਰੋ, ਹਾਂ। ਦਾਸ ਦੀ ਬੇਨਤੀ ਪ੍ਰਵਾਨ ਕਰਨੀ ਆ। ਔਰ ਮੈਂ ਉਮੀਦ ਕਰਦਾ ਕਿ ਤੁਸੀਂ ਰੋਜ਼ ਬੰਦਗੀ ਕਰੋਗੇ, ਭਗਤੀ ਕਰੋਗੇ, ਸਿਮਰਨ ਕਰੋਗੇ, ਹਨਾ। ਕਿਉਂਕਿ ਇਹ ਸੰਸਾਰ ਹੈ ਨਾ, ਇਹ ਝੂਠ ਆ, ਸਭ ਸੁਪਨਾ ਹੈਗਾ, ਹਨਾ। ਜਿਸ ਤਰ੍ਹਾਂ ਇਹ ਰਾਤ ਨੂੰ ਸੌਂਦੇ ਆ ਨਾ, ਰਾਤ ਨੂੰ ਸੌਂਦੇ ਆ, ਜਦੋਂ ਅੱਖਾਂ ਬੰਦ ਕਰਕੇ ਸੌਂਦੇ ਆ ਰਾਤ ਨੂੰ, ਤਾਂ ਸੁਪਨੇ ਹੀ ਘੁੰਮਦੇ ਆ। ਜੋ ਸਾਡੀ ਅੱਖ ਖੁੱਲਦੀ ਹੈ ਸਵੇਰੇ, ਤਾਂ ਉਹ ਸੁਪਨਾ ਗਾਇਬ ਹੋ ਜਾਂਦਾ, ਹਨਾ। ਜਿੱਥੇ ਸੁਪਨਾ, ਉੱਥੇ ਹੀ ਸੁਪਨਾ ਰਹਿ ਜਾਂਦਾ। ਇਸੇ ਤਰ੍ਹਾਂ ਜਦੋਂ ਅਸੀਂ ਅੰਤ ਸਮਾਂ ਸਾਡਾ ਆਉਣਾ ਨਾ, ਸਾਡੀ ਜਦੋਂ ਅੱਖਾਂ ਮਿਟਣੀਆਂ ਅਸੀਂ, ਤਾਂ ਸਾਰਾ ਇਹ ਸੰਸਾਰ ਦੇ, ਇਹ ਕੋਠੀਆਂ, ਕਾਰਾਂ, ਮਹਿਲ, ਮਾੜੀਆਂ, ਧੀਆਂ, ਪੁੱਤ ਸਭ ਇੱਥੇ ਰਹਿ ਜਾਣੇ। ਫਿਰ ਵੀ ਇੱਕ ਸੁਪਨਾ ਹੀ ਆ, ਸੰਸਾਰ ਵੀ ਇੱਕ ਸੁਪਨਾ ਹੀ ਆ। ਤੇ ਇਸ ਕਰਕੇ ਸਿਮਰਨ ਕਰਨਾ ਸ਼ੁਰੂ ਕਰੋ, ਬੰਦਗੀ ਕਰਨਾ। ਸੰਸਾਰ ਦੀ ਕਮਾਈ ਦੇ ਨਾਲ ਨਾਲ ਨਾਮ ਸਿਮਰਨ ਦੀ ਕਮਾਈ ਜ਼ਰੂਰ ਇਕੱਠੀ ਕਰਦੇ ਰਹੋ, ਹਨਾ। ਬੀਬੀਆਂ ਭੈਣਾਂ ਦੇ ਚਰਨਾਂ 'ਚ ਬੇਨਤੀ ਆ, ਜਦੋਂ ਵੀ ਤੁਸੀਂ ਘਰ ਦਾ ਕੰਮ ਕਰਦੀਆਂ ਨਾ, ਕੰਮ ਕਰਦੇ ਕਰਦੇ ਆਪਣਾ ਸਿਮਰਨ ਵੀ ਨਾਲ ਨਾਲ ਕਰਦੇ ਰਿਹਾ ਕਰੋ। ਵਾਹਿਗੁਰੂ ਵਾਹਿਗੁਰੂ, ਰਾਮ ਰਾਮ, ਜੋ ਵੀ ਤੁਸੀਂ ਆਪਣੇ ਧਰਮ ਅਨੁਸਾਰ ਬੰਦਗੀ ਕਰਦੇ ਹੋ, ਕਰਦੇ ਰਿਹਾ ਕਰੋ ਨਾਲ, ਹਨਾ। ਹੱਥ ਕਾਰਵਾ ਰੱਖੋ, ਦਿਲ ਕਰਤਾਰਵਾ ਰੱਖੋ, ਹਨਾ। ਜਦੋਂ ਵੀ ਸਵੇਰੇ ਸ਼ਾਮ, ਜਦੋਂ ਵੀ ਸਮਾਂ ਮਿਲਦਾ, ਉਹਦੀ ਯਾਦ 'ਚ ਬੈਠਿਆ ਕਰੋ। ਇੱਕ ਰੂਟੀਨ ਬਣਾਓ ਬੈਠਣ ਦੀ, ਆਪਣੇ ਆਪ ਨੂੰ, ਹਨਾ, ਥੋੜ੍ਹਾ ਜਿਹਾ ਮਨ ਨੂੰ ਇਕਾਗਰ ਕਰਨ ਦੀ ਕੋਸ਼ਿਸ਼ ਕਰੋ, ਹਨਾ। ਮਨ 'ਤੇ ਕੰਟਰੋਲ ਪਾਉਣ ਦੀ ਕੋਸ਼ਿਸ਼ ਉਹ ਤਾਂ ਹੋਵੇਗਾ ਜੇ ਤੁਸੀਂ ਰੋਜ਼ ਅਭਿਆਸ ਕਰੋਗੇ, ਰੋਜ਼ ਸਿਮਰਨ ਦੇ ਵਿੱਚ ਇਹਨੂੰ ਲਗਾ ਕੇ ਰੱਖੋਗੇ ਨਾ, ਅਤੇ ਰੋਜ਼ ਸਿਮਰਨ ਕਰਦੇ ਰਹੋ। ਅਤੇ ਮੈਂ ਇਹੀ ਅਰਦਾਸ, ਇਹੀ ਉਮੀਦ ਕਰਦਾ ਕਿ ਤੁਸੀਂ ਰੋਜ਼ ਬੰਦਗੀ ਕਰੋਗੇ, ਭਗਤੀ ਕਰੋਗੇ, ਹਨਾ। ਸੰਸਾਰ ਦੀ ਕਮਾਈ ਦੇ ਨਾਲ ਨਾਲ ਨਾਮ ਸਿਮਰਨ ਦੀ ਕਮਾਈ ਇਕੱਠੀ ਕਰਦੇ ਰਹੋ। ਕੋਸ਼ਿਸ਼ ਕਰਿਆ ਕਰੋ ਕਿ ਹਰ ਵੇਲੇ ਉਹਦੀ ਯਾਦ 'ਚ ਬਤੀਤ ਹੋਵੇ। ਸਮਾਂ ਇੱਧਰ ਉੱਧਰ ਖਰਾਬ ਨਾ ਕਰੋ, ਹਨਾ। ਲੋਕਾਂ ਦੀ ਨਿੰਦਿਆ ਚੁਗਲੀ ਨਾ ਕਰੋ, ਇਹਨੂੰ ਲੇਖੇ ਲਗਾਉਣ ਦੀ ਕੋਸ਼ਿਸ਼ ਕਰੋ। ਕਿਉਂਕਿ ਸੰਸਾਰ ਦੀ ਕੋਈ ਚੀਜ਼ ਗੁੰਮ ਜਾਵੇ, ਖੋ ਜਾਵੇ, ਉਹ ਦੁਬਾਰਾ ਮਿਲ ਸਕਦੀ ਆ, ਹਾਂ। ਸੰਸਾਰ ਦੀ ਕੋਠੀਆਂ ਕਾਰਾਂ ਦੁਬਾਰਾ ਮਿਲ ਸਕਦੀਆਂ, ਸੰਸਾਰ ਦਾ ਰਾਜ ਪਾਟ ਦੁਬਾਰਾ ਮਿਲ ਸਕਦਾ, ਪਰ ਜਿਹੜੇ ਸਵਾਸ ਇੱਕ ਵਾਰ ਚਲੇ ਗਏ ਨਾ, ਵਾਪਸ ਨਹੀਂ ਮਿਲਣੇ। ਇਹ ਸਮਾਂ ਜਿਹੜਾ ਚਲਾ ਗਿਆ ਨਾ, ਇਹ ਵਾਪਸ ਨਹੀਂ ਮਿਲਣਾ ਹੈਗਾ। ਸੋ ਇਹ ਸਮੇਂ ਦੀ ਕਦਰ ਕਰੋ, ਇਹਨੂੰ ਸੰਭਾਲ ਕਰੋ, ਇਹਨੂੰ ਲੇਖੇ ਲਗਾਓ, ਠੀਕ ਹੈ। ਅੰਮ੍ਰਿਤ ਵੇਲੇ ਸੰਭਾਲ ਕਰਨ ਦੀ ਕੋਸ਼ਿਸ਼ ਕਰੋ। ਔਰ ਸਭ ਨੇ ਰੋਜ਼ ਸਿਮਰਨ ਕਰਨਾ ਆ, ਕੋਈ ਛੁੱਟੀ ਨਹੀਂ ਕਰਨੀ, ਕੋਈ ਨਾਗਾ ਨਹੀਂ ਕਰਨਾ। ਆਪ ਖੁਦ ਉਸ ਪਰਮਾਤਮਾ ਨੂੰ, ਉਸ ਖੁਦਾ ਨੂੰ ਦੇਖਣ ਦੀ ਕੋਸ਼ਿਸ਼ ਕਰੋ
ਕਿਤੇ ਵਹਿਮਾਂ ਭਰਮਾਂ 'ਚ ਪੈਣ ਦੀ ਲੋੜ ਨਹੀਂ ਹੈਗੀ, ਕਿਸੇ ਤਰ੍ਹਾਂ ਦੀ ਚਿੰਤਾ ਕਰਨ ਦੀ ਲੋੜ ਨਹੀਂ ਆ, ਪਰੇਸ਼ਾਨ ਹੋਣ ਦੀ ਲੋੜ ਨਹੀਂ ਹੈਗੀ। ਬਸ ਤੁਸੀਂ ਸਿਮਰਨ ਕਰਨਾ ਸ਼ੁਰੂ ਕਰੋ। ਜਦੋਂ ਤੁਸੀਂ ਪਰੇਸ਼ਾਨ ਹੁੰਦੇ ਹੋ ਨਾ, ਕੋਈ ਤਕਲੀਫ ਵੀ ਹੁੰਦੀ ਹੈ, ਤਾਂ ਘੰਟਾ ਇੱਕ ਵਧਾ ਦਿਆ ਕਰੋ, ਸਿਮਰਨ ਦਾ ਵਧਾ ਦਿਆ ਕਰੋ, ਤਾਂ ਤੁਹਾਨੂੰ ਉਸ ਚੀਜ਼ ਦਾ ਹੱਲ ਮਿਲ ਜਾਏਗਾ, ਹੈ ਨਾ। ਸਿਮਰਨ ਕਰਿਆ ਕਰੋ, ਠੀਕ ਹੈ। ਦਾਸ ਦੀ ਬੇਨਤੀ ਪ੍ਰਵਾਨ ਕਰਨੀ ਆ, ਅਤੇ ਦਾਸ ਦੇ ਕੋਲੋਂ ਕੁਛ ਬੋਲਣ ਦੇ ਵਿੱਚ ਕੋਈ ਗਲਤੀ ਹੋ ਗਈ ਹੋਵੇ ਅਤੇ ਦਾਸ ਨੂੰ ਆਪਣੀ ਚਰਨਾਂ ਦੀ ਧੂੜ ਸਮਝ ਕੇ ਮਾफ़ ਕਰ ਦੇਣਾ। ਜੇ ਅੱਛੇ ਵਿਚਾਰ ਲੱਗੇ ਹੋਣ ਤਾਂ ਆਪਣੇ ਜੀਵਨ ਦੇ ਢਾਲਣ ਦੀ ਕੋਸ਼ਿਸ਼ ਕਰਨੀ ਆ। ਤੁਸੀਂ ਬੰਦਗੀ ਆਪਣੇ ਵਾਸਤੇ ਕਰਨੀ ਆ, ਤੁਹਾਨੂੰ ਹੀ ਇਹਦਾ ਫਾਇਦਾ ਹੈ ਨਾ। ਮੈਨੂੰ ਇਹਦਾ ਕੋਈ ਫਾਇਦਾ ਹੋਣ ਵਾਲਾ ਨਹੀਂ ਆ, ਨਾ ਕਿਸੇ ਸੰਤ ਮਹਾਂਪੁਰਸ਼ਾਂ ਨੂੰ ਫਾਇਦਾ ਹੋਣ ਵਾਲਾ, ਨਾ ਕੋਈ ਫ਼ਕਰ ਫ਼ਕੀਰ ਨੂੰ ਕੋਈ ਫਾਇਦਾ ਹੋਣ ਵਾਲਾ। ਇਹ ਤੁਹਾਡੀ ਆਪ ਦੀ ਬੰਦਗੀ ਹੈ, ਇਹ ਤੁਹਾਡਾ ਹੀ ਫਾਇਦਾ ਹੋਣਾ ਹੈ, ਕਿਸੇ ਹੋਰ ਦਾ ਇਹ 'ਚ ਫਾਇਦਾ ਹੋਣ ਵਾਲਾ ਨਹੀਂ ਹੈਗਾ, ਠੀਕ ਹੈ। ਠੀਕ ਹੈ, ਇਹ ਤੁਹਾਡਾ ਹੀ ਇਹਦੇ ਵਿੱਚ ਫਾਇਦਾ, ਅਤੇ ਤੁਸੀਂ ਆਪਣੇ ਫਾਇਦੇ ਲਈ ਤਾਂ ਬੰਦਗੀ ਕਰੋਗੇ ਨਹੀਂ, ਹੈ ਨਾ। ਇਸ ਕਰਕੇ ਰੋਜ਼ ਬੰਦਗੀ ਕਰੋ, ਆਪ ਵੀ ਕਰਿਆ ਕਰੋ, ਆਪਣੇ ਬੱਚਿਆਂ ਨੂੰ ਨਾਲ ਬਿਠਾ ਕੇ ਬੰਦਗੀ ਕਰਾਇਆ ਕਰੋ। ਇਹ ਤੁਹਾਡਾ ਜੀਵਨ ਲੇਖੇ ਲੱਗ ਜਾਵੇ। ਬਹੁਤ ਜਨਮ ਵਿਛੜੇ ਤੇ ਮਾਧੋ, ਜੇ ਜਨਮ ਤੁਮਾਰੇ ਲੇਖੇ, ਇਹ ਜਨਮ ਉਸ ਪ੍ਰਭੂ ਦੇ ਲੇਖੇ ਲਗਾ ਦਿਓ, ਠੀਕ ਹੈ। ਦਾਸ ਦੇ ਕੋਲ ਕੁਛ ਬੋਲਣ ਵਿੱਚ ਗਲਤੀ ਹੋ ਗਈ ਹੋਵੇ, ਦਾਸ ਨੂੰ ਆਪਣੀ ਚਰਨਾਂ ਦੀ ਧੂੜ ਸਮਝ ਕੇ ਮਾफ़ ਕਰਨਾ। ਜੇ ਅੱਛੇ ਵਿਚਾਰ ਲੱਗੇ, ਆਪਣੇ ਜੀਵਨ ਦੇ ਵਿੱਚ ਢਾਲਣ ਦੀ ਕੋਸ਼ਿਸ਼ ਕਰਨੀ ਆ। ਮੈਂ ਇਹੀ ਉਮੀਦ ਕਰਦਾ ਕਿ ਤੁਸੀਂ ਰੋਜ਼ ਬੰਦਗੀ ਕਰੋਗੇ, ਰੋਜ਼ ਸਿਮਰਨ ਕਰੋਗੇ, ਠੀਕ ਹੈ। ਕਿਸੇ ਦੀ ਨਿੰਦਿਆ ਚੁਗਲੀ ਨਹੀਂ ਕਰਨੀ, ਔਰ ਆਪ ਖੁਦ ਆਪਣੀ ਅੱਖਾਂ ਨਾਲ ਉਸ ਖੁਦਾ ਨੂੰ ਦੇਖਣ ਦੀ ਕੋਸ਼ਿਸ਼ ਕਰੋ, ਆਪਣੇ ਕੰਨਾਂ ਨਾਲ ਉਹਦੀ ਆਵਾਜ਼ ਨੂੰ ਸੁਣਨ ਦੀ ਕੋਸ਼ਿਸ਼ ਕਰੋ, ਠੀਕ ਹੈ। ਖੁਦ ਪ੍ਰੈਕਟੀਕਲ ਕਰਕੇ ਦੇਖੋ, ਇਹ ਕਰਨੀ ਦਾ ਮਾਰਗ ਆ, ਕਥਨੀ ਦਾ ਨਹੀਂ ਹੈਗਾ। ਕਰਕੇ ਦੇਖੋ, ਇਹ ਸ਼ਾਂਤੀ ਦਾ ਮਾਰਗ। ਜੋ ਤੁਸੀਂ ਸਿਮਰਨ ਰੋਜ਼ ਕਰੋਗੇ, ਤੁਹਾਨੂੰ ਅੰਦਰ ਸ਼ਾਂਤੀ ਮਿਲੇਗੀ, ਅੰਦਰ ਆਨੰਦ ਹੀ ਆਨੰਦ ਮਿਲੇਗਾ, ਸਦਾ ਸਦਾ ਸੁੱਖ ਮਿਲੇਗਾ। ਉਸ ਜੋਤ ਦੇ ਦਰਸ਼ਨ ਕਰੋ, ਉਸ ਪ੍ਰਕਾਰ ਦੇ ਦਰਸ਼ਨ ਕਰੋ, ਠੀਕ ਹੈ। ਜੈ ਲਖ ਦਾਤਾ ਪੀਰ ਦੀ, ਮੌਜ ਫਕੀਰ ਦੀ। ਸਤਿਨਾਮ।